ਹਰ ਮੋੜ ਤੇ ਸਲੀਬ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਚਿਹਰਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸ਼ੇਡਸ ਆਫ ਵਿਮਨ। ਮੈਂ ਰਾਜਵਿੰਦਰ ਕੌਰ ਤੇ ਮੇਰਾ ਸਾਥ ਦੇ ਰਹੇ ਨੇ ਅਨੂ ਕੋੜਾ ਜੀ। ਅਨੂ ਦੇਖੋ, ਜਿਹੜੀਆਂ ਇਹ ਲਾਈਨਾਂ ਨਾ ਦੇਖੋ ਉਹਨਾਂ ਔਰਤਾਂ ਵਾਸਤੇ ਹੈ ਕਿ ਜਿਨ੍ਹਾਂ ਨੂੰ ਹਰ ਕਦਮ ਤੇ ਰੋਕਿਆ ਗਿਆ, ਉਹਨਾਂ ਨੂੰ ਟੋਕਿਆ ਗਿਆ ਹਨਾ, ਫਿਰ ਵੀ ਉਹ ਹਨੇਰਾ ਜਾਂ ਉਹ ਰੋਕ ਟੋਕ ਹੈ ਉਹਦੇ ਤੋਂ ਰੁਕੀਆਂ ਨਹੀਂ ਹਨਾ। ਉਹਨਾਂ ਦੇ ਮਨ 'ਚ ਇੱਕ ਜਜ਼ਬਾ ਸੀਗਾ ਕਿ ਮੈਂ ਅੱਗੇ ਵਧਣਾ, ਅੱਗੇ ਵਧ ਕੇ ਜਿਹੜੀ ਮੇਰੀ ਮੰਜ਼ਿਲ ਹੈਗੀ ਹੈ ਉਹ ਉਹਨਾਂ ਨੇ ਸੋਚ ਕੇ ਰੱਖੀ ਸੀ ਕਿ ਮੇਰਾ ਸੁਪਨਾ ਆਏ, ਉਹਨੂੰ ਉਹਨਾਂ ਨੇ ਪੂਰਾ ਕੀਤਾ। ਬਿਲਕੁਲ, ਜੇ ਔਰਤਾਂ ਦੀ ਗੱਲ ਕਰੀਏ, ਮੋਹ ਮਾਇਆ ਤਿਆਗ ਸਹਿਨਸ਼ੀਲਤਾ ਦੀ ਹਨਾ ਮੂਰਤ ਹੁੰਦੀ ਹੈ ਇੱਕ ਔਰਤ। ਸੋ ਹਰ ਇੱਕ ਚੀਜ਼ ਔਰਤ ਨੇ ਆਪਣੇ ਕਹਿੰਦੇ ਨੇ ਵੀ ਔਰਤਾਂ ਨੇ ਬੜਾ ਸੰਤਾਪ ਹੰਡਾਇਆ ਅੱਜ ਜਿਹੜੇ ਮੁਕਾਮ ਤੇ ਅਸੀਂ ਪਹੁੰਚੇ ਹਾਂ, ਅੱਜ ਜਿੰਨੀ ਆਜ਼ਾਦੀ ਸਾਨੂੰ ਮਿਲੀ ਆ ਉਹਨੂੰ ਪਾਉਣ ਵਾਸਤੇ। ਸੋ ਹਰ ਇੱਕ ਖੇਤਰ ਦੇ ਵਿੱਚ ਔਰਤਾਂ ਮੂਹਰੇ ਆਈਆਂ ਜਦੋਂ ਉਹਨਾਂ ਨੇ ਕੰਮ ਕਰ ਕੀਤਾ। ਕਹਿੰਦੇ ਵੀ ਇੱਕ ਔਰਤ ਜਦੋਂ ਜਨਮ ਲੈਂਦੀ ਹੈ ਹਨਾ, ਧੀ ਬਣ ਕੇ ਪਹਿਲਾਂ ਤਾਂ ਆਪਣੇ ਬਾਬੁਲ ਦੀ ਪੱਗ ਦੀ ਲਾਜ ਰੱਖਦੀ ਹੈ ਉਹ, ਉਸ ਤੋਂ ਬਾਅਦ ਭੈਣ ਬਣ ਕੇ ਆਪਣੀ ਉਹਦੀ ਰੱਖੜੀ ਦੀ ਲਾਜ ਰੱਖਦੀ ਹੈ, ਫਿਰ ਇੱਕ ਸਹੁਰੇ ਪਰਿਵਾਰ ਜਦੋਂ ਜਾਂਦੀ ਹੈ, ਇੱਕ ਨੂੰਹ ਬਣ ਕੇ, ਇੱਕ ਪਤਨੀ ਬਣ ਕੇ ਉਹਨਾਂ ਦੀ ਮਰਿਆਦਾਵਾਂ ਦੀ ਧਿਆਨ ਰੱਖਦੀ ਹੈ, ਫਿਰ ਇੱਕ ਮਾਂ ਬਣ ਕੇ ਜਿਹੜੀ ਉਹਦੀ ਖੁਸ਼ੀਆਂ ਹੁੰਦੀਆਂ ਨੇ, ਜਿਹੜੇ ਉਹਦੀ ਇੱਛਾ ਹੁੰਦੀਆਂ ਨੇ ਉਹਨਾਂ ਦਾ ਤਿਆਗ ਕਰਦੀ ਹੈ। ਵੀ ਹਰ ਇੱਕ ਰਿਸ਼ਤੇ ਨੂੰ ਸੰਜੋ ਕੇ ਰੱਖਦੀ ਹੈ ਇੱਕ ਔਰਤ। ਕਦਮ ਕਦਮ ਤੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕਈ ਰਿਸ਼ਤੇ ਉਹਦੇ ਨਾਲ ਜੁੜਦੇ ਨੇ ਹਨਾ। ਜਦੋਂ ਸ਼ੁਰੂਆਤ ਕਰਦੀ ਹੈ ਧੀ ਤੋਂ ਤੇ ਜਦ ਅੰਤਿਮ ਸਮਾਂ ਉਹਦਾ ਹੁੰਦਾ, ਉਦੋਂ ਤੱਕ ਕਈ ਰਿਸ਼ਤੇ ਉਹਦੀ ਜ਼ਿੰਦਗੀ ਤੇ ਜੁੜ ਜਾਂਦੇ ਨੇ ਉਹਦੇ ਨਾਲ। ਪਰ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਹਨਾ, ਉਹਨਾਂ ਨੇ ਜਿਹੜੀ ਔਰਤ ਹੈ ਉਹਨੂੰ ਜਗ ਜਨਨੀ ਦਾ ਨਾਮ ਦਿੱਤਾ। ਤੇ ਜਿਹੜੇ ਔਰ ਜਿਵੇਂ ਹੁਣ ਜਗ ਦੀ ਜੇ ਗੱਲ ਕਰੀਏ ਤਾਂ ਜਗ ਨੇ ਉਹਨੂੰ ਜਨਮ ਦੇਣ ਤੋਂ ਹੀ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਵੇਂ ਭਰੂਣ ਹੱਤਿਆ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਨਾ। ਸੋ ਜੇ ਔਰਤ ਨਾ ਹੋਵੇ, ਮੈਨੂੰ ਲੱਗਦਾ ਸੰਸਾਰ ਸਿਰਜਿਆ ਹੀ ਨਹੀਂ ਜਾ ਸਕਦਾ ਸੀ। ਸਿਰਜਣਹਾਰ ਹਨਾ, ਤਾਂ ਹੀ ਕਹਿੰਦੇ ਆ ਵੀ ਔਰਤ ਜਿਹੜੀ ਆ ਉਹ ਜਗ ਜਨਨੀ ਹੈ, ਜਗ ਨੂੰ ਬਣਾਇਆ ਇੱਕ ਔਰਤ ਨੇ। ਸੋ ਉਹੀ ਜਗ ਜਦੋਂ ਇਹ ਸਾਰੀ ਚੀਜ਼ਾਂ ਕਰਦਾ ਹੈ, ਕਿਤੇ ਨਾ ਕਿਤੇ ਔਰਤ ਜਿਹੜੀ ਆ ਉਹਨੂੰ ਵੀ ਇਹ ਚੀਜ਼ ਲੱਗਦੀ ਹੈ ਵੀ ਹਨਾ ਵੀ ਅਸੀਂ ਕਿਵੇਂ ਸਾਨੂੰ ਸੰਤਾਪ ਹੰਡਾਉਣਾ ਪੈਂਦਾ ਮੂਹਰੇ ਆਉਣ ਵਾਸਤੇ, ਕਿਉਂ ਜਿਹਨੇ ਜਗ ਨੂੰ ਸਿਰਜਿਆ ਉਹਦੇ ਨਾਲ ਇਹ ਸਾਰਾ ਕੁਝ ਕਿਉਂ ਹੁੰਦਾ। ਇਹੋ ਜਿਹੇ ਸਵਾਲ ਔਰਤਾਂ ਦੇ ਮਨਾਂ ਦੇ ਵਿੱਚ ਘੁੰਮਣ ਲੱਗ ਜਾਂਦੇ ਨੇ। ਬਿਲਕੁਲ ਜੀ। ਔਰ ਦੇਖੋ ਨੂੰ ਤੁਸੀਂ ਕਿਹਾ ਕਿ ਔਰਤਾਂ ਕਿੰਨਾ ਸੰਤਾਪ ਹਟਾਉਂਦੀਆਂ ਹਨਾ, ਫਿਰ ਉਹ ਅੱਗੇ ਆਉਂਦੀਆਂ ਤੇ ਆਪਣੀ ਜਿਹੜੀ ਕਿੰਨੇ ਜਿਹੜੇ ਰਿਸ਼ਤੇ ਨਿਭਾਉਂਦੇ ਹਨਾ, ਉਹ ਆਪਣੀ ਜਿਹੜੀ ਆਖਰੀ ਮੰਜ਼ਿਲ ਤੱਕ ਪਹੁੰਚਦੇ ਹਨਾ। ਪਰ ਹੁੰਦਾ ਕਿ ਜਿਹੜਾ 8 ਮਾਰਚ ਦਾ ਦਿਨ ਹੈ, ਉਹ ਜਿਹੜੀ ਵਿਮਨਸ ਡੇ, ਔਰਤਾਂ ਦੇ ਸਨਮਾਨ ਲਈ ਜਿਹੜਾ ਉਹ ਦਿਨ ਮਨਾਇਆ ਜਾਂਦਾ ਹਨਾ। ਉਸ ਦਿਨ ਤੇ ਜਿਹੜੀਆਂ ਬਹੁਤ ਸਾਰੀਆਂ ਔਰਤਾਂ ਹੈਗੀਆਂ, ਬਣਦਾ ਸਨਮਾਨ ਉਹਨਾਂ ਨੂੰ ਦਿੱਤਾ ਜਾਂਦਾ ਹਨਾ। ਪਰ ਇੱਕ ਗੱਲ ਇਹ ਵੀ ਦਿਮਾਗ 'ਚ ਆਉਂਦੀ ਹੈ ਕਿ ਕੀ ਔਰਤਾਂ ਲਈ ਸਿਰਫ ਇੱਕ ਦਿਨ ਹੀ ਸਨਮਾਨ ਦਾ ਹੁੰਦਾ ਹਨਾ। ਜਿਵੇਂ 8 ਮਾਰਚ ਅਸੀਂ ਮੰਨ ਕੇ ਚੱਲਦੇ ਹਾਂ ਕਿ ਅੱਜ ਔਰਤਾਂ ਦਾ ਸਨਮਾਨ ਦਾ ਦਿਨ ਹੈ, ਉਦੋਂ ਬਹੁਤ ਸਾਰੇ ਸਰਕਾਰ ਵੱਲੋਂ ਵੀ ਐਲਾਨ ਹੋਣਗੇ ਕਿ ਔਰਤਾਂ ਲਈ ਆਹ ਰਿਆਇਤਾਂ ਦਿੱਤੀਆਂ ਗਈਆਂ, ਆ ਗਈਆਂ ਜੀ, ਬਹੁਤ ਸਾਰੇ ਫੰਕਸ਼ਨ ਵੀ ਅਰੇਂਜ ਕੀਤੇ ਗਏ ਹਨਾ। ਇੱਕ ਇਹ ਵੀ ਹੁੰਦਾ ਕਿ ਅਸੀਂ ਜਿਹੜੇ ਸਨਮਾਨ ਦੀ ਗੱਲ ਕਰਦੇ ਆ ਨਾ, ਤਾਂ ਆਪਾਂ ਇਹ ਐਕਸਪੈਕਟ ਜ਼ਰੂਰ ਕਰਦੇ ਹਾਂ ਕਿ ਔਰਤਾਂ ਸਾਰਿਆਂ ਨੂੰ ਸਨਮਾਨ ਦੇਣ, ਪਰ ਔਰਤ ਨੂੰ ਅਸੀਂ ਸਨਮਾਨ ਦੇਣਾ, ਉਹਨੂੰ ਹਰ ਮੋੜ ਤੇ ਸਨਮਾਨ ਦੇਣਾ, ਇਹ ਗੱਲ ਅਸੀਂ ਕਦੇ ਮਿੱਥ ਕੇ ਨਹੀਂ ਚੱਲਦੇ ਕਿ ਔਰਤ ਨੂੰ ਵੀ ਸਨਮਾਨ ਸਿਰਫ ਇੱਕ ਦਿਨ ਨਹੀਂ, ਸਿਰਫ 8 ਮਾਰਚ ਵਾਲੇ ਦਿਨ ਨਹੀਂ, ਹਰ ਦਿਨ ਉਹਦਾ ਉਹ ਬਣਦਾ ਸਨਮਾਨ ਆ ਜਿਹੜਾ ਉਹਨੂੰ ਉਹਦੇ ਕੰਮਾਂ ਦੇ ਬਦਲੇ, ਉਹਦੇ ਪਿਆਰ ਦੇ ਬਦਲੇ, ਜਿਸ ਤਰ੍ਹਾਂ ਉਹ ਦੂਸਰਿਆਂ ਦੀ ਕੇਅਰ ਕਰਦੀ ਹੈ ਉਹਦੇ ਬਦਲੇ ਉਹਨੂੰ ਦੇਣਾ ਚਾਹੀਦਾ। ਬਿਲਕੁਲ, ਕਹਿੰਦੇ ਨੇ ਨਾ ਵੀ ਇੱਕ ਔਰਤ ਮਰੀਮ ਬਣ ਕੇ ਵੀ ਜ਼ਿੰਦਗੀ ਜਿਉਂਦੀ ਹੈ ਤੇ ਜੇ ਲੋੜ ਪਵੇ ਤਾਂ ਚੰਡੀ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ। ਤਾਂ ਹਰ ਇੱਕ, ਜਿਵੇਂ ਤੁਸੀਂ ਪਹਿਲਾਂ ਸ਼ਾਇਰੀ ਵੀ ਕੀਤੀ ਸੀਗੀ ਹਨਾ, ਔਰਤ ਦੇ ਵੀ ਬਹੁਤ ਸਾਰੀ ਮੁਸ਼ਕਿਲਾਂ ਔਰਤ ਦੀ ਜ਼ਿੰਦਗੀ 'ਚ ਆਉਂਦੀਆਂ ਨੇ ਪਰ ਉਹ ਪਾਰ ਕਰ ਜਾਂਦੀਆਂ ਨੇ। ਸੋ ਔਰਤ ਨੂੰ ਹਰ ਆਪਣਾ ਰੂਪ ਵੀ ਵਾਰ-ਵਾਰ ਬਦਲਣਾ ਪੈਂਦਾ ਹੈ, ਸਮੇਂ-ਸਮੇਂ ਤੇ ਜਿਹੜੀ ਸਿਚੁਏਸ਼ਨਸ ਹੁੰਦੀਆਂ ਨੇ ਉਹਦੇ ਅਕੋਰਡਿੰਗ ਔਰਤ ਨੂੰ ਬਣਨਾ ਪੈਂਦਾ, ਆਪਣੇ ਆਪ ਨੂੰ ਢਾਲਣਾ ਪੈਂਦਾ। ਪਹਿਲਾਂ ਜੇ ਅਸੀਂ ਗੱਲ ਕਰੀਏ, ਪਹਿਲਾਂ ਔਰਤਾਂ ਇੰਨਾ ਮੂਹਰੇ ਨਹੀਂ ਆ ਪਾਉਂਦੀਆਂ ਸੀ ਹਨਾ, ਹਿੰਮਤ ਨਹੀਂ ਕਰ ਪਾਉਂਦੀਆਂ ਸੀਗੀਆਂ ਵੀ ਅਸੀਂ ਜਿਵੇਂ ਹਰ ਇੱਕ ਸਿਚੁਏਸ਼ਨ ਚੋਂ ਬਾਹਰ ਆਉਣ ਵਾਸਤੇ ਅਸੀਂ ਕੀ ਕੁਝ ਕਰ ਸਕਦੀਆਂ। ਉਹ ਇੰਨੇ ਅਵੇਅਰ ਨਹੀਂ ਸੀਗੇ ਸਾਡੇ ਕੀ ਹੱਕ ਬਣਦੇ, ਹੱਕ ਅਸੀਂ ਕਿਵੇਂ ਲੋਕਾਂ ਤੋਂ ਵਾਪਸ ਲੈਣੇ ਨੇ ਹਨਾ। ਮਰਦ ਪ੍ਰਧਾਨ ਦੇਸ਼ 'ਚ ਕਿਵੇਂ ਅਸੀਂ ਆਪਣਾ ਰਾਜ ਇੱਕ ਤਰੀਕੇ ਦਾ ਬਣਾ ਸਕੀਏ, ਕਿਵੇਂ ਅਸੀਂ ਮੂਹਰੇ ਆ ਸਕੀਏ, ਨਹੀਂ ਪਤਾ ਸੀਗਾ। ਪਰ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਤਾਂ ਔਰਤਾਂ 'ਚ ਮੇਰੇ ਖਿਆਲ ਨਾਲ ਔਰਤਾਂ ਕਾਫੀ ਮੂਹਰੇ ਆਈਆਂ ਨੇ, ਹਰ ਖੇਤਰ ਦੇ ਵਿੱਚ ਮੂਹਰੇ ਆਈਆਂ ਨੇ। ਬਿਲਕੁਲ ਜੀ। ਔਰ ਜਦੋਂ ਤੁਸੀਂ ਖੇਤਰ ਦੀ ਗੱਲ ਕੀਤੀ ਹੈ ਤੇ ਜਦੋਂ ਵਕੀਲਾਂ ਦੀ ਗੱਲ ਆਉਂਦੀ ਹੈ ਨਾ, ਤੇ ਉਦੋਂ ਮੈਨੂੰ ਲੱਗਦਾ ਕਦੇ ਕੋਈ ਐਕਸਪੈਕਟ ਨਹੀਂ ਕਰਦਾ ਕਿ ਕੁੜੀਆਂ ਵੀ ਵਕੀਲ ਬਣ ਕੇ ਅੱਗੇ ਆਉਣਗੀਆਂ ਹਨਾ। ਪਹਿਲਾਂ ਆਪਾਂ ਜ਼ਿਆਦਾ ਦੇਖਦੇ ਹਾਂ ਕਿ ਕੁੜੀਆਂ ਇਸ ਲਾਈਨ 'ਚ ਬਹੁਤ ਘੱਟ ਆਉਂਦੀਆਂ ਸੀ, ਪਰ ਹੁਣ ਥੋੜੇ ਜਿਹੇ ਪਿੱਛੇ ਝਾਤ ਮਰੀਏ, ਪਿਛਲੇ 10-15 ਸਾਲਾਂ ਤੋਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇਸ ਖੇਤਰ ਵਿੱਚ ਅੱਗੇ ਆ ਰਹੀਆਂ। ਔਰ ਮੈਨੂੰ ਲੱਗਦਾ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਕੁੜੀਆਂ ਨੂੰ ਇਹ ਸਮਝਦੇ ਹੁੰਦੇ ਕਿ ਕੁੜੀਆਂ ਇਸ ਖੇਤਰ 'ਚ ਕੰਮ ਨਹੀਂ ਕਰ ਸਕਦੀਆਂ, ਕਿਉਂਕਿ ਉਹਨਾਂ ਨੂੰ ਆਦਤ ਹੁੰਦੀ ਹੈ ਵੀ ਅਸੀਂ ਔਰਤਾਂ ਤੇ ਫੈਸਲੇ ਥੋਪਣੇ ਨੇ ਹਨਾ। ਵਕਤ ਸਮੇਂ ਤੇ ਹਰ ਇੱਕ ਜਿਹੜਾ ਮਰਦ ਉਹਦੀ ਜ਼ਿੰਦਗੀ 'ਚ ਆਉਂਦਾ, ਚਾਹੇ ਉਹ ਪਿਤਾ ਹੋਵੇ, ਚਾਹੇ ਭਰਾ ਹੋਵੇ, ਚਾਹੇ ਪਤੀ ਹੋਵੇ, ਉਹ ਆਪਣੇ ਫੈਸਲੇ ਥੋਪਣ ਦੀ ਕੋਸ਼ਿਸ਼ ਕਰਦਾ ਔਰਤ ਦੇ ਉੱਪਰ। ਤਾਂ ਉਹਨਾਂ ਨੂੰ ਆਦਤ ਨਹੀਂ ਹੁੰਦੀ ਵੀ ਔਰਤ ਫੈਸਲੇ ਲੈ ਕਿਵੇਂ ਲਵੇ,
ਇਸ ਕਰਕੇ ਮੇਰੇ ਖਿਆਲ ਨਾਲ ਸੋਚਿਆ ਨਹੀਂ ਹੋਊਗਾ ਵੀ ਜਿਨ੍ਹਾਂ ਤੇ ਅਸੀਂ ਫੈਸਲੇ ਥੋਪਦੇ ਸੀਗੇ ਵੀ ਹੁਣ ਉਹ ਫੈਸਲੇ ਕਰਨਗੀਆਂ ਸਾਡੇ। ਬਿਲਕੁਲ ਜੀ। ਔਰ ਜਿੱਥੇ ਨਿਆਂ ਦੀ ਗੱਲ ਆਉਂਦੀ ਆ, ਹੁਣ ਜਿਹੜੀਆਂ ਦੇਖੋ ਔਰਤਾਂ ਜਦੋਂ ਨਿਆਂ ਦੀ ਗੱਲ ਆਉਂਦੀ ਹੈ ਨਾ, ਕਿਉਂਕਿ ਨਿਆਂ ਦਾ ਜਿਹੜਾ ਪ੍ਰੋਸੈਸ ਹੈ ਇੰਨਾ ਜ਼ਿਆਦਾ ਲੰਬਾ ਹੁੰਦਾ ਜਾਂ ਕਹ ਲਓ ਕਿ ਇੰਨੇ ਸਾਲ ਚੱਲਦਾ, ਕਈ ਔਰਤਾਂ ਤਾਂ ਵਿਚਾਰੀਆਂ ਅੱਗੇ ਹੀ ਨਹੀਂ ਆਉਂਦੀਆਂ ਕਿ ਸਾਨੂੰ ਕਚਹਿਰੀਆਂ 'ਚ ਇੰਨੇ ਸਾਲ ਧੱਕੇ ਖਾਣੇ ਪੈਣਗੇ, ਹਾਈ ਕੋਰਟ ਜਾਣਾ ਪਊਗਾ ਜੀ। ਚਲੋ ਜਿਹੜੀਆਂ ਅੱਗੇ ਵੀ ਆ ਜਾਂਦੀਆਂ ਤੇ ਮੈਨੂੰ ਲੱਗਦਾ ਉਹਨਾਂ ਦੀ ਜਿਹੜੀ ਲਾਈਫ ਦੀ ਅੱਧੀ ਪੂੰਜੀ ਆ ਨਾ ਇਹਨਾਂ ਮੁਕੱਦਮਿਆਂ ਤੇ ਹੀ ਲੰਘ ਜਾਂਦੀ ਆ। ਫਿਰ ਬੰਦਾ ਸੋਚਦਾ ਯਾਰ ਵੀ ਇਹਦੇ ਨਾਲੋਂ ਤਾਂ ਚਲੋ ਘਰੇ ਹੀ ਠੀਕ ਆ, ਜੋ ਹੋ ਗਿਆ ਸੋ ਹੋ ਗਿਆ ਹਨਾ। ਪਰ ਉਹ ਦੇਖੋ ਉਹ ਔਰਤਾਂ ਅੱਗੇ ਆਈਆਂ, ਉਹ ਵਕੀਲ ਬਣੀਆਂ ਹਨਾ। ਅੱਜ ਉਹ ਉਹਨਾਂ ਲੋਕਾਂ ਲਈ ਖੜੀਆਂ ਔਰ ਉਹਨਾਂ ਨੇ ਸਾਰੀਆਂ ਕੁੜੀਆਂ ਜਿਹੜੀਆਂ ਉਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਜਿਹੜੇ ਲੋੜਵੰਦ ਲੋਕ ਹੈ ਜਾਂ ਜਿਨ੍ਹਾਂ ਨੂੰ ਨਿਆਂ ਨਹੀਂ ਮਿਲਦਾਗਾ ਉਹਨਾਂ ਨੂੰ ਨਿਆਂ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਉਹਨਾਂ ਦਾ ਖੇਤਰ ਆ ਉਹਨੂੰ ਪੂਰੀ ਇਮਾਨਦਾਰੀ ਨਾਲ ਉਹ ਨਿਭਾਉਣਗੀਆਂ। ਜੀ ਬਿਲਕੁਲ, ਕਿਉਂਕਿ ਔਰਤਾਂ ਦੀ ਜਿਵੇਂ ਅਸੀਂ ਹਰ ਵਾਰ ਗੱਲ ਕਰਦੇ ਆ, ਔਰਤਾਂ ਦਾ ਸਸ਼ਕਤੀਕਰਨ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਔਰਤਾਂ ਨੂੰ ਹਰ ਕਦਮ ਤੇ ਉਹਨਾਂ ਦਾ ਹੌਸਲਾ ਵਧਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਿਤੇ ਨਾ ਕਿਤੇ ਅੱਜ ਵੀ ਔਰਤ ਇਹੀ ਮਹਿਸੂਸ ਕਰਦੀ ਹੈ ਵੀ ਮੈਂ ਇੱਕ ਔਰਤ ਹਾਂ। ਕਿਤੇ ਨਾ ਕਿਤੇ ਉਹਨੂੰ ਇਹ ਵਾਰ-ਵਾਰ ਅਹਿਸਾਸ ਕਰਾਇਆ ਜਾਂਦਾ ਵੀ ਤੂੰ ਇੱਕ ਔਰਤ ਹੈ, ਤੂੰ ਇਹ ਚੀਜ਼ ਨਹੀਂ ਕਰ ਸਕਦੀ, ਤੂੰ ਉਹ ਚੀਜ਼ ਨਹੀਂ ਕਰ ਸਕਦੀ। ਜੇ ਅਸੀਂ ਪਿਛੜੇ ਇਲਾਕਿਆਂ ਦੀ ਗੱਲ ਕਰੀਏ, ਜਿਹੜੇ ਡਿਵੈਲਪ ਨੇ ਹਨਾ ਏਰੀਆਜ਼, ਉਹਨਾਂ 'ਚ ਤਾਂ ਅਸੀਂ ਕਹਿੰਦੇ ਆ ਵੀ ਨਹੀਂ ਜੀ ਇਦਾਂ ਦਾ ਕੁਝ ਨਹੀਂ ਹੈ। ਹੁਣ ਅੱਜ ਕੱਲ ਕੋਈ ਭਰੂਣ ਹੱਤਿਆ ਨਹੀਂ ਹੁੰਦੀ, ਅੱਜ ਕੱਲ ਕੋਈ ਔਰਤ ਨੂੰ ਮਾਰਿਆ ਕੁੱਟਿਆ ਨਹੀਂ ਜਾਂਦਾ, ਅੱਜ ਕੱਲ ਕੋਈ ਔਰਤ ਦੀ ਹਿੰਸਾ ਦੀ ਖਬਰ ਸਾਹਮਣੇ ਨਹੀਂ ਆਉਂਦੀ। ਪਰ ਫਿਰ ਵੀ ਅੱਜ ਦੀ ਜੇ ਗੱਲ ਕਰੀਏ, ਔਰਤ ਨੂੰ ਐਸਿਡ ਅਟੈਕ ਦਾ ਵੀ ਸਾਹਮਣਾ ਕਰਨਾ ਪੈਂਦਾ, ਔਰਤ ਦੇ ਨਾਲ ਰੇਪ ਕੇਸਿਸ ਜਿਹੜੇ ਸਾਹਮਣੇ ਆਉਂਦੇ ਨੇ ਉਹ ਸਾਰੀ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਨੇ। ਕਿੰਨੇ ਪਿਛਲੀ ਵਾਰ ਅਸੀਂ ਐਪੀਸੋਡ ਦੇ ਵਿੱਚ ਦੱਸਿਆ ਸੀਗਾ ਵੀ ਕਿੰਨੇ ਕੇਸਿਸ ਸਾਹਮਣੇ ਆਏ। ਹਰ ਇੱਕ ਚੀਜ਼ ਹੁੰਦੀ ਹੈ ਪਰ ਅਸੀਂ ਸੋਚ ਲੈਂਦੇ ਹਾਂ, ਆਪਣੇ ਆਪ ਨੂੰ ਬਲੌਕ ਕਰ ਲੈਂਦੇ ਵੀ ਅਸੀਂ ਇਹਨਾਂ ਚੀਜ਼ਾਂ ਬਾਰੇ ਸੋਚਣਾ ਹੀ ਨਹੀਂ। ਜੇ ਅਸੀਂ ਸੋਚਾਂਗੇ ਵੀ ਹਾਂ ਸਾਰਾ ਕੁਝ ਚੰਗਾ ਹੋ ਰਿਹਾ ਤਾਂ ਸ਼ਾਇਦ ਸਾਰਾ ਕੁਝ ਚੰਗਾ ਹੋ ਰਿਹਾ, ਅਸੀਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ, ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪਿਛੜੇ ਇਲਾਕਿਆਂ ਦੀ ਜੇ ਗੱਲ ਕਰੀਏ, ਸਭ ਤੋਂ ਜ਼ਿਆਦਾ ਮਾਮਲੇ ਉੱਥੇ ਹਲੇ ਵੀ ਸਾਹਮਣੇ ਆਉਂਦੇ ਨੇ ਇਹ ਸਾਰੀ ਚੀਜ਼ਾਂ ਦੇ। ਜੇ ਉਹਨਾਂ ਨੂੰ ਵੀ ਜੇ ਅਸੀਂ ਡਿਵੈਲਪ ਕਰਨ 'ਚ ਹਨਾ ਮੂਰੇ ਆ ਗਏ ਹਨਾ, ਜੇ ਅਸੀਂ ਸਕਸੈਸਫੁਲ ਹੋ ਗਏ ਸਾਰਾ ਕੁਝ ਕਰਨ 'ਚ, ਮੇਰੇ ਖਿਆਲ ਨਾਲ ਫਿਰ ਔਰਤਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਹੋਰ ਜ਼ਿਆਦਾ ਸਵਰ ਜਾਊਗੀ, ਹੋਰ ਜ਼ਿਆਦਾ ਚੰਗੀ ਹੋ ਜਾਊਗੀ। ਬਿਲਕੁਲ ਜੀ। ਔਰ ਦੇਖੋ ਉਹਨੂੰ ਤੁਸੀਂ ਵਾਕਈ ਗੱਲ ਸਹੀ ਹੈ ਕਿ ਜਿਹੜੇ ਮਾਮਲੇ ਆ ਸਾਹਮਣੇ ਆਉਂਦੇ ਆ, ਇਦਾਂ ਦਾ ਕ੍ਰਾਈਮ ਹੁੰਦਾ ਵੀ ਹੈ, ਪਰ ਕਈ ਵਾਰੀ ਉਹੀ ਹੈ ਕਿ ਕੋਈ ਅੱਗੇ ਆਉਣ ਤੋਂ, ਕੋਈ ਸਮਾਜ ਦੀ ਪਰਵਾਹ ਕਰਦੇ ਹੋਏ ਕਿ ਲੋਕ ਸਾਨੂੰ ਕੀ ਕਹਿਣਗੇ, ਕੱਲ ਨੂੰ ਸੁਸਾਇਟੀ ਸਾਨੂੰ ਕੀ ਕਹੂਗੀ। ਕਿਸੇ ਕੁੜੀ ਨੇ ਵਿਆਹ ਕਰਾਉਣਾ ਹੁੰਦਾ 100 ਗੱਲਾਂ ਉਦੋਂ ਪੁੱਛੀਆਂ ਜਾਂਦੀਆਂ ਕਿ ਜੀ ਇਹਦੀ ਫੈਮਿਲੀ ਬੈਕਗ੍ਰਾਉਂਡ ਕੀ ਆ, ਕੁੜੀ ਕਿਵੇਂ ਦੀ ਸੀਗੀ, ਕਿੱਥੇ ਪੜ੍ਹੀ ਹੈ, ਉਹ ਸਾਰੀਆਂ ਗੱਲਾਂ ਤੋਂ ਡਰਦੇ ਲੋਕ ਮੈਨੂੰ ਲੱਗਦਾ ਚੁੱਪ ਕਰ ਜਾਂਦੇ ਆ। ਪਰ ਅੱਜ ਦੇਖੋ ਸਾਡੇ ਵਾਲੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀਆਂ 6 ਕੁੜੀਆਂ, ਪੰਜਾਬ ਦੀਆਂ 6 ਧੀਆਂ ਜਿਹੜੀਆਂ ਉਹਨਾਂ ਨੇ ਜਿਹੜਾ PCS ਦਾ ਐਗਜ਼ਾਮ ਹੈ ਉਹ ਕਲੀਅਰ ਕੀਤਾ, ਉਹਨੂੰ ਪਾਸ ਕੀਤਾ ਹੈ। ਔਰ ਦੇਖੋ ਉਹ ਬਿਲਕੁਲ ਉਹਨੂੰ ਸਧਾਰਨ ਪਰਿਵਾਰਾਂ ਤੋਂ ਹੈ ਨਾ ਜੇ ਗੱਲ ਕਰੀ ਤਾਂ ਬਿਲਕੁਲ ਐਵੇਂ ਦੀ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੀਆਂ, ਪਰ ਉਹਨਾਂ ਦੇ ਸੁਪਨੇ ਉੱਚੇ ਸੀ। ਕਹਿੰਦੇ ਨੇ ਕਿ ਜੇ ਤੁਹਾਡੇ ਮਤਲਬ ਸੁਪਨੇ ਵੱਡੇ ਹੈਗੇ ਤਾਂ ਸੋਚ ਵੀ ਵੱਡੀ ਰੱਖਣੀ ਪਊਗੀ ਤੇ ਮਿਹਨਤ ਵੀ ਤੁਹਾਨੂੰ ਵੱਡੀ ਕਰਨੀ ਪਊਗੀ ਹਨਾ। ਉਹਨਾਂ ਪਰਿਵਾਰਾਂ 'ਚ ਉੱਠ ਕੇ ਉਹ ਅੱਗੇ ਆਈਆਂ, ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਦਾ ਸਾਧਨ ਵੀ ਉਹ ਬਣੀਆਂ ਹਨਾ, ਕਿ ਲੋਕਾਂ ਨੂੰ ਪ੍ਰੇਰਨਾ ਮਿਲੂਗੀ ਕਿ ਇਹ ਕੁੜੀਆਂ ਦੇਖੋ ਸਧਾਰਨ ਫੈਮਿਲੀ 'ਚ ਉੱਠ ਕੇ, ਸਧਾਰਨ ਸਕੂਲਾਂ 'ਚੋਂ ਪੜ੍ਹ ਕੇ, ਕੋਈ ਉਹਨਾਂ ਨੇ ਅੰਗਰੇਜ਼ੀ ਸਕੂਲਾਂ 'ਚੋਂ ਨਹੀਂ ਪੜ੍ਹੀਆਂ ਹਨਾ, ਤੇ ਕਿੰਨੇ ਲੋਕਾਂ ਲਈ ਉਹ ਪ੍ਰੇਰਨਾਦਾਇਕ ਹੈ ਜਿਹੜੇ ਕਹਿੰਦੇ ਆ ਕਿ ਮਹਿੰਗਾਈ ਦੇ ਚੱਲਦੇ ਅਸੀਂ ਆਪਣੀ ਕੁੜੀਆਂ ਨੂੰ ਨਹੀਂ ਪੜ੍ਹਾ ਸਕਦੇ, ਖਰਚੇ ਬਹੁਤ ਵੱਧ ਗਏ ਹਨਾ, ਉਹਨਾਂ ਲੋਕਾਂ ਲਈ ਵੀ ਇੱਕ ਉਹ ਪ੍ਰੇਰਨਾ ਹੈਗੀਆਂ। ਔਰ ਫਿਰ ਦੇਖੋ ਉਹਨਾਂ ਨੇ, ਆਪਾਂ ਕਿਤੇ ਕਹਿੰਦੇ ਸੀ ਕਿ ਪੇਰੈਂਟਸ ਆ ਜਿਹੜੇ ਕੁੜੀਆਂ ਤੇ ਥੋਪੇ ਜਾਂਦੇ ਆ ਕਿ ਤੂੰ ਇਹ ਬਣਨਾ ਇਹ ਬਣਨਾ, ਅੱਜ ਜਿਹੜੇ ਮਾਪੇ ਵੀ ਉਹ ਕੁੜੀਆਂ ਦਾ ਬਹੁਤ ਸਾਰਾ ਸਾਥ ਦੇ ਰਹੇ ਆ। ਔਰ ਉਹਨਾਂ ਜਿਹੜੇ ਮੋਸਟਲੀ ਜਿਹੜਾ ਸੁਪਨਾ ਸੀ ਨਾ ਉਹਨਾਂ ਦਾ ਜੱਜ ਬਣਨ ਦਾ, ਉਹਨਾਂ ਦੇ ਪੇਰੈਂਟਸ ਦਾ ਸੀ। ਜਿਵੇਂ ਕਿਸੇ ਦੇ ਦਾਦਾ ਜੀ ਦਾ ਸੀਗਾ ਸੁਪਨਾ, ਕਿਸੇ ਦਾਦੀ ਦਾ ਸੁਪਨਾ ਸੀ, ਕਿਸੇ ਦੇ ਭਰਾ ਦਾ ਸੁਪਨਾ ਸੀ, ਕਿਸੇ ਦੇ ਪਿਤਾ ਦਾ ਸੁਪਨਾ ਸੀ ਕਿ ਮੇਰੀ ਕੁੜੀ ਆ ਜਿਹੜੀ ਜੱਜ ਬਣੇ। ਔਰ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਹਨਾਂ ਨੇ ਆਪਣਾ ਦਿਨ ਰਾਤ ਨਹੀਂ ਦੇਖਿਆ, ਮਿਹਨਤ ਕੀਤੀ, ਕੋਈ ਆਪਣੀ ਲਾਈਫ ਨੂੰ ਉਹਨਾਂ ਨੇ ਇੰਜੋਏ ਨਹੀਂ ਕੀਤਾ, ਪੂਰਾ ਸਮਾਂ ਜਿਵੇਂ ਕਿਤਾਬਾਂ ਨੂੰ ਦਿੱਤਾ, ਲਾਇਬ੍ਰੇਰੀ ਨੂੰ ਦਿੱਤਾ ਹਨਾ, ਔਰ ਫਿਰ ਉਹਨਾਂ ਨੇ ਉਹ ਜਿਹੜਾ ਮੁਕਾਮ ਹੈ ਉਹ ਹਾਸਿਲ ਕੀਤਾ। ਜੀ ਬਿਲਕੁਲ, ਇਹਨਾਂ 'ਚ ਅਸੀਂ ਦੇਖਦੇ ਆ ਕੋਈ ਆਟੋ ਡਰਾਈਵਰ ਦੀ ਧੀ ਹੁੰਦੀ ਹੈ ਹਨਾ, ਕੋਈ ਕਿਸੇ ਜਿਹੜਾ ਦਿਹਾੜੀਦਾਰ ਬੰਦਾ ਹੋਵੇ ਉਹਦੀ ਧੀ ਹੁੰਦੀ ਹੈ ਹਨਾ। ਇਹ ਇਸ ਕਰਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੇ ਅਮੀਰ ਲੋਕ ਹੁੰਦੇ ਨੇ ਉਹ ਜ਼ਿਆਦਾ ਸੁਵਿਧਾਵਾਂ ਦੇ ਦਿੰਦੇ ਨੇ ਹਨਾ, ਜਦੋਂ ਉਹਨਾਂ ਨੂੰ ਸਾਰੀ ਸੁਵਿਧਾਵਾਂ ਮਿਲ ਰਹੀਆਂ ਨੇ ਉਹਨਾਂ ਨੂੰ ਕੀ ਲੋੜ ਪਈ ਹੈ ਅੱਗੇ ਕੰਮ ਕਰਨ ਦੀ। ਸੋ ਸਾਨੂੰ ਕਿਤੇ ਨਾ ਕਿਤੇ ਸੁਵਿਧਾਵਾਂ ਜਿਹੜੀਆਂ ਅਸੀਂ ਦਿੰਦੇ ਨੇ, ਇਕੱਲੀ ਕੁੜੀਆਂ ਵਾਸਤੇ ਨਹੀਂ, ਹਰ ਇੱਕ ਵਾਸਤੇ ਵੀ ਸੁਵਿਧਾਵਾਂ ਉਹਨਾਂ ਨੂੰ ਜਦੋਂ ਪੂਰੀਆਂ ਮਿਲ ਜਾਂਦੀਆਂ ਨੇ, ਉਹਨਾਂ ਨੂੰ ਕਿਤੋਂ ਹੌਸਲਾ ਹੀ ਨਹੀਂ ਮਿਲਦਾ, ਉਹਨਾਂ ਨੂੰ ਕਿਤੋਂ ਮੋਟੀਵੇਸ਼ਨ ਹੀ ਨਹੀਂ ਮਿਲਦੀ ਵੀ ਮੈਂ ਕੀ ਕਰਨਾ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜੀ ਗਰੀਬ ਪਰਿਵਾਰ ਤੋਂ ਕੁੜੀਆਂ ਉੱਠ ਕੇ ਅੱਗੇ ਆਉਂਦੀਆਂ ਨੇ, ਉਹਨਾਂ ਨੇ ਉਹ ਸਾਰੀ ਚੀਜ਼ਾਂ ਦੇਖੀਆਂ ਹੁੰਦੀਆਂ ਨੇ, ਘਰ ਦਾ ਪੂਰੇ ਹਾਲਾਤ ਦੇਖੇ ਹੁੰਦੇ ਨੇ ਕਿਵੇਂ ਦੇ ਨੇ, ਉਹ ਫਿਰ ਮਨ 'ਚ ਠਾਣ ਲੈਂਦੇ ਨੇ ਹਨਾ ਵੀ ਅਸੀਂ ਇਹਨਾਂ ਹਾਲਾਤਾਂ 'ਚੋਂ ਆਪਣੇ ਘਰਦਿਆਂ ਨੂੰ ਬਾਹਰ ਕੱਢਣਾ। ਉਹਨਾਂ 'ਚ ਇੱਕ ਲਗਨ ਹੁੰਦੀ ਹੈ, ਇੱਕ ਪ੍ਰੇਰਨਾ ਹੁੰਦੀ ਹੈ। ਅਮੀਰ ਬੇਸ਼ੱਕ ਆਪਣੇ ਬੱਚਿਆਂ ਨੂੰ ਵਧੀਆ ਪੋਸਟ ਤੇ ਹਨਾ ਬਿਠਾ ਦੇਣ, ਪਰ ਉਹ ਜ਼ਿਆਦਾ ਸਮੇਂ ਲਈ ਨਹੀਂ ਹੁੰਦਾ ਜੇ ਤੁਸੀਂ ਕਿਸੇ ਸਿਫਾਰਿਸ਼ਾਂ ਦੇ ਤੌਰ ਤੇ ਬਿਠਾਉਂਦੇ ਹੋ। ਪਰ ਜੇ ਤੁਸੀਂ ਆਪਣੀ ਲਗਨ ਮਿਹਨਤ ਨਾਲ ਜਾ ਕੇ ਅੱਗੇ ਆਉਂਦੇ ਹੋ ਹਨਾ, ਉਹ ਕਿਤੇ ਨਾ ਕਿਤੇ ਜਿਹੜੀ ਸਫਲਤਾ ਹੈ ਤੁਹਾਡੀ ਜ਼ਿਆਦਾ ਦੇਰ ਤੱਕ ਟਿਕਦੀ ਹੈ। ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਹਨਾ, ਔਰਤਾਂ ਦੀ ਵਿਆਹ ਦੇ ਸਮੇਂ ਕੁਝ ਹੁੰਦਾ ਸੀ। ਜੇ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਉਦੋਂ ਔਰਤਾਂ ਨੂੰ ਚਲਾ ਕੇ ਵੀ ਦੇਖਿਆ ਜਾਂਦਾ ਸੀ,
ਉਹਨਾਂ ਦੀ ਤੋਰ ਦੇਖੀ ਜਾਂਦੀ ਸੀ ਹਨਾ, ਵੀ ਤੁਸੀਂ ਤੁਰ ਕੇ ਦਿਖਾਓ, ਫਿਰ ਤੁਸੀਂ ਬੋਲ ਕੇ ਦਿਖਾਓ, ਤੁਸੀਂ ਗਾ ਕੇ ਵਿਖਾਓ, ਤੁਸੀਂ ਚਾਹ ਲੈ ਕੇ ਆਉਣਾ ਜਦੋਂ ਹਨਾ, ਉਦੋਂ ਹੀ ਦੇਖ ਲੈਂਦੇ ਸੀ ਵੀ ਤੋਰਾ ਕਿਦਾਂ ਦਾ, ਖਾਣਾ ਬਣਾ ਕੇ ਆਪ ਖਵਾਓ ਹਨਾ, ਪਤਾ ਲੱਗੇ ਉਹਨਾਂ ਨੂੰ ਕਿੰਨਾ ਕੁ ਖਾਣਾ ਬਣਾਇਆ ਵਾ। ਪਰ ਅੱਜ ਦੇ ਸਮੇਂ ਦੀ ਜੇ ਗੱਲ ਕਰੀਏ ਤਾਂ ਅੱਜ ਦੇ ਟਾਈਮ 'ਚ ਮੈਨੂੰ ਲੱਗਦਾ ਵੀ ਕੁੜੀਆਂ ਮੁੰਡਿਆਂ ਨੂੰ ਕਹਿ ਦੇਣਗੇ ਵੀ ਤੂੰ ਤੁਰ ਕੇ ਦਿਖਾ, ਹੁਣ ਤੂੰ ਗਾਣੇ ਗਾ ਕੇ ਦਿਖਾ, ਕਿਉਂਕਿ ਕਹਿੰਦੇ ਨੇ ਵੀ ਜਦੋਂ ਕੁੜੀ ਕੋਈ ਨੌਕਰੀ ਕਰਦੀ ਹੋਵੇ ਨਾ ਤੇ ਸਹੁਰੇ ਘਰੇ ਜਾਵੇ, ਚੰਗਾ ਕਮਾਉਂਦੀ ਹੋਵੇ, ਕਹਿੰਦੇ ਜੇ ਤਾਂ 20-30 ਹਜ਼ਾਰ ਕਮਾਉਂਦੀ ਹੋਊਗੀ ਫਿਰ ਤਾਂ ਘਰ ਜਾ ਕੇ ਭਾਈ ਉਹਨੂੰ ਪਾਣੀ ਪੂਣੀ ਚਾਹ ਚੂ ਆਪ ਬਣਾ ਕੇ ਸਹੁਰੇ ਪਰਿਵਾਰ ਨੂੰ ਪਿਲਾਉਣੀ ਪਊਗੀ। ਜੇ ਕਿਤੇ ਕਮਾਉਂਦੀ ਹੋਊਗੀ 50-60 ਹਜ਼ਾਰ ਰੁਪਏ, ਫਿਰ ਸੱਸ ਖੁਦ ਕਹਿੰਦੀ ਆ ਕੇ ਵੀ ਬੇਟਾ ਮੈਂ ਚਾਹ ਲਿਆਵਾਂ, ਬੇਟਾ ਗਰਮ ਪਾਣੀ ਲਿਆਵਾਂ ਕਿ ਠੰਡਾ ਲਿਆਵਾਂ, ਮਤਲਬ ਸਾਰੀ ਫਿਰ ਪੂਜਾ ਮਤਲਬ ਚੰਗੀ ਤਰੀਕੇ ਨਾਲ ਨਾ ਉਹਦੀ ਤੇ ਆਓ ਭਗਤ ਪੂਰੀ ਹੁੰਦੀ ਹੈ। ਫਿਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਵੀ ਚੀਜ਼ ਬੜੀ ਦੇਖੀ ਜਾਂਦੀ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਕੁੜੀ ਕਿੰਨਾ ਕਮਾ ਰਹੀ ਹੈ ਫਿਰ ਅਸੀਂ ਵਿਆਹ ਕਰੀਏ ਹਨਾ। ਪਹਿਲਾਂ ਜੇ ਗੱਲ ਕਰੀਏ ਪਹਿਲਾਂ ਇਹ ਹੁੰਦਾ ਸੀ, ਕਹਿੰਦੇ ਸੀ ਵੀ ਨਹੀਂ ਅਸੀਂ ਨੌਕਰੀ ਨਹੀਂ ਕਰਾਣੀ ਕੁੜੀ ਤੋਂ, ਘਰ ਦਾ ਕੰਮ ਹੀ ਕਰਾਉਣਾ, ਪਰ ਅੱਜ ਦੀ ਮਹਿੰਗਾਈ 'ਚ ਕਿਤੇ ਨਾ ਕਿਤੇ ਹਨਾ ਇਹ ਹੋ ਜਾਂਦਾ ਵੀ ਅੱਛਾ ਕਿੰਨਾ ਕਮਾਉਂਦੀ ਹੈ, ਉਸ ਹਿਸਾਬ ਨਾਲ ਆਓ ਭਗਤ ਹੋਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਜੀ। ਔਰ ਦੇਖੋ ਕੁੜੀਆਂ ਜਿੱਥੇ ਘਰ ਨੂੰ ਚਲਾਉਣ 'ਚ ਆਪਣਾ ਵਧੀਆ ਯੋਗਦਾਨ ਪਾਉਂਦੀਆਂ, ਉੱਥੇ ਜਿਹੜੀ ਸਾਡੀ ਦੇਸ਼ ਦੀ ਆਰਥਿਕਤਾ ਨਾ ਉਹਨੂੰ ਮਜ਼ਬੂਤ ਕਰਨ ਲਈ ਵੀ ਯੋਗਦਾਨ ਪਾ ਰਹੀਆਂ, ਕਿਉਂਕਿ ਦੇਖੋ ਸਮਾਜ ਦੇ ਹਰ ਖੇਤਰ ਨਾਲ ਜੁੜੀਆਂ ਹੋਈਆਂ, ਚਾਹੇ ਉਹ ਸਮਾਜਿਕ ਹੋਵੇ, ਆਰਥਿਕ ਹੋਵੇ, ਬੈਂਕਿੰਗ ਹੋਵੇ, ਗੱਲ ਕੀ ਮਤਲਬ ਸਮਾਜ ਦਾ ਹਰ ਉਹ ਫੀਲਡ ਜਿੱਥੇ ਕਦੇ ਅਸੀਂ ਐਕਸਪੈਕਟ ਕਰਦੇ ਸੀ ਕਿ ਔਰਤਾਂ ਨਹੀਂ ਕੰਮ ਕਰ ਸਕਦੀਆਂ, ਉੱਥੇ ਅੱਜ ਉਹ ਕੰਮ ਕਰ ਰਹੀਆਂ ਹਨਾ। ਥੋੜੀ ਜਿਹੀ ਗੱਲ ਮੈਂ ਤੁਹਾਡੀ ਪਿਛਲੀ ਗੱਲ ਨਾਲ ਜੋੜਨਾ ਚਾਹੂੰਗੀ, ਜਿਵੇਂ ਤੁਸੀਂ ਕਿਹਾ ਨਾ ਕਿ ਪਹਿਲਾਂ ਜਿਵੇਂ ਔਰਤਾਂ ਨੂੰ ਤੋਰ ਕੇ ਵੀ ਦੇਖਿਆ ਜਾਂਦਾ ਸੀ, ਉਹਨਾਂ ਨਾਲ ਗੱਲ ਕਰਕੇ ਵੀ ਦੇਖਿਆ ਜਾਂਦਾ ਸੀ, ਫਿਰ ਉਹਨਾਂ ਦੇ ਕੱਪੜੇ ਜਦੋਂ ਚਾਹ ਲੈ ਕੇ ਆਉਂਦੀਆਂ ਸੀ ਉਦੋਂ ਵੀ ਦੇਖੋ ਇੱਕ ਪਾਸੇ ਦਾ ਜਿਵੇਂ ਫਿਲਮਾਂ ਨਾਲ ਜੋੜਦੀ ਇਹਨੂੰ, ਕਿਉਂਕਿ ਇਹ ਸਾਰਾ ਕੁਝ ਜੇ ਮੰਨ ਕੇ ਚੱਲੀਏ ਨਾ ਜਿਵੇਂ ਮਾਡਲਿੰਗ ਕਰਾਉਣੀ ਹੁੰਦੀ ਹੈ ਤਾਂ ਫਿਰ ਮਿਲਣ ਦੇ ਚੀਜ਼ਾਂ ਦੇਖਣੀਆਂ। ਇੱਕ ਪਾਸੇ ਦਾ ਮਨਾ ਕਰਦੇ ਕਿ ਨਹੀਂ ਜੀ ਇਹ ਪ੍ਰੋਫੈਸ਼ਨ ਤਾਂ ਕੁੜੀਆਂ ਲਈ ਹੈਗਾ ਹੀ ਨਹੀਂ, ਦੂਸਰਾ ਕੰਮ ਸਾਰੇ ਉਹਨਾਂ ਤੋਂ ਮਾਡਲਿੰਗ ਵਾਲੇ ਕਰਵਾ ਕੇ ਦੇਖਿਆ ਕਿ ਉਦਾਂ ਸੈੱਟ ਹੋ ਸਕਦੀ ਹੈ ਕਿ ਨਹੀਂ ਹਨਾ। ਪਰ ਦੇਖੋ ਉੱਥੇ ਜਿਹੜੇ ਹੈਗੇ ਬਾਹਰੀ ਪਰਸਨੈਲਿਟੀ ਨਹੀਂ, ਕਿਸੇ ਦੇ ਜਿਹੜੇ ਅੰਦਰੂਨੀ ਗੁਣ ਹੈ, ਉਹਦੀ ਜਿਹੜੀ ਸ਼ਖਸੀਅਤ ਹੈ ਉਹਦੇ ਅੰਦਰੂਨੀ ਗੁਣਾਂ ਨਾਲ ਹੈ। ਜੇ ਅਸੀਂ ਬਿਊਟੀ ਦੇਖਾਂਗੇ ਤਾਂ ਬਿਊਟੀ ਹੈਗੀ ਜਿਹੜੀ ਕਹਿੰਦੇ ਨੇ ਕਿ ਥੋੜਾ ਚਿਰ ਹੁੰਦੀ ਹੈ, ਤੇ ਜਿਹੜੀ ਬੰਦੇ ਦੀ ਸਿਆਣਪ ਹੈਗੀ ਆ ਉਹਦੀ ਸ਼ਖਸੀਅਤ ਹੈ, ਸਿਆਣਪ ਹਮੇਸ਼ਾ ਨਾਲ ਚੱਲਦੀ ਹੈ। ਤੇ ਜੇ ਘਰ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਤੇ ਫੈਮਿਲੀ ਨੂੰ ਵਧੀਆ ਤਰੀਕੇ ਨਾਲ ਚਲਾਉਣਾ ਹੈਗਾ ਤੇ ਮੈਨੂੰ ਲੱਗਦਾ ਬਿਊਟੀ ਨਹੀਂ ਉੱਥੇ ਸਿਆਣਪ ਦੇਖਣੀ ਚਾਹੀਦੀ। ਬਿਲਕੁਲ। ਤੇ ਜੇ ਗੱਲ ਕਰੀਏ ਕਾਰਪੋਰੇਟ ਸੈਕਟਰ ਦੀ ਹਨਾ, ਤੇ ਅੱਜ ਦੀ ਜੇ ਗੱਲ ਕਰੀਏ ਤਾਂ ਬੋਰਡ ਡਾਇਰੈਕਟਰ ਤੋਂ ਲੈ ਕੇ ਹਨਾ ਅੱਜ ਕੱਲ ਔਰਤਾਂ CEO ਦੀ ਪੋਸਟ ਤੱਕ ਵੀ ਪਹੁੰਚੀਆਂ ਨੇ। ਸੋ ਪੜ੍ਹ ਲਿਖ ਕੇ ਲਗਨ ਨਾਲ ਉਹਨਾਂ 'ਚ ਜੋ ਕੁਝ ਗੁਣ ਸੀਗੇ ਜਿੰਨਾ ਕੋ ਕਰ ਸਕਦੀਆਂ ਸੀਗੀਆਂ ਹਨਾ, ਆਪਣੀ ਮਿਹਨਤ ਨਾਲ ਉੱਥੇ ਪਹੁੰਚੀਆਂ ਨੇ। ਅੱਜ ਦੀ ਜੇ ਪਹਿਲੇ ਟਾਈਮ 'ਚ ਮੇਰੇ ਖਿਆਲ ਨਾਲ ਜੇ ਔਰਤਾਂ ਨੂੰ ਇਸੇ ਤਰੀਕੇ ਦਾ ਹੌਸਲਾ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਉਸ ਟਾਈਮ ਵੀ ਸਾਰਾ ਕੁਝ ਹੋ ਸਕਦਾ ਸੀ। ਪਰ ਕਹਿੰਦੇ ਨੇ ਨਾ ਵੀ ਜੋ ਕੁਝ ਹੋਣਾ ਹੁੰਦਾ ਉਹ ਸਮੇਂ ਤੇ ਹੀ ਹੁੰਦਾ। ਸੋ ਅੱਜ ਦੇ ਟਾਈਮ 'ਚ ਅਸੀਂ ਤਾਂ ਮੇਰੇ ਖਿਆਲ ਨਾਲ ਬਹੁਤ ਚੰਗੀ ਜ਼ਿੰਦਗੀ ਜਿਉ ਰਹੇ ਹਾਂ, ਪਰ ਉਸ ਟਾਈਮ ਤੇ ਉਹਨਾਂ ਔਰਤਾਂ ਨੇ ਕਿੰਨਾ ਸੰਘਰਸ਼ ਕੀਤਾ ਹੋਊਗਾ ਉਹ ਸ਼ਾਇਦ ਉਹੀ ਜਾਣਦੀਆਂ ਹੋਣਗੀਆਂ। ਅੱਜ ਅਸੀਂ ਗੱਲ ਕਰ ਸਕਦੇ ਹਾਂ, ਉਦਾਹਰਨਾਂ ਉਹਨਾਂ ਦੀਆਂ ਜ਼ਰੂਰ ਦੇ ਸਕਦੇ ਹਾਂ, ਪਰ ਆਪ ਉਦਾਹਰਨ ਬਣਨਾ ਕਿਸੇ ਵਾਸਤੇ ਮੇਰੇ ਖਿਆਲ ਨਾਲ ਬਹੁਤ ਵੱਡੀ ਗੱਲ ਹੁੰਦੀ ਹੈ। ਬਿਲਕੁਲ ਜੀ। ਔਰ ਦੇਖੋ ਜਿਵੇਂ IT ਖੇਤਰ ਦੀ ਤੁਸੀਂ ਗੱਲ ਕੀਤੀ ਹੈ ਕਿ ਔਰਤਾਂ ਜਿਹੜੀਆਂ IT ਖੇਤਰ ਨਾਲ ਵੀ ਜੁੜ ਗਈਆਂ, ਕਿਉਂਕਿ ਪਹਿਲਾਂ ਇਹ ਕਦੇ ਨਹੀਂ ਹੁੰਦਾ ਸੀ। ਤਾਂ ਪਿਛਲੀਆਂ ਵੂਮਨਸ ਜਿੰਨੀਆਂ ਵੀ ਆਪਣੇ ਕਹਿ ਲਓ ਕਿ ਕੰਟੈਕਟ 'ਚ ਹੋਣ, ਆਪਣੀ ਮੰਮੀ ਤੋਂ ਲੈ ਕੇ ਆਪਣੇ ਕੋਈ ਵੀ ਮਤਲਬ ਦਾਦਾ ਦਾਦੀ ਤੱਕ ਆਪਾਂ ਦੇਖ ਲਈਏ, ਕਦੇ ਕਿਸੇ ਨੇ IT ਖੇਤਰ 'ਚ ਜੌਬ ਨਹੀਂ ਕੀਤੀ ਹੋਊਗੀ। ਈਵਨ ਕਿ ਜਿਹੜੀਆਂ ਪੜ੍ਹੀਆਂ ਲਿਖੀਆਂ ਫੈਮਿਲੀਜ਼ ਆ ਉਹਨਾਂ 'ਚ ਵੀ ਵੱਧ ਤੋਂ ਵੱਧ ਔਰਤਾਂ ਕੀ ਸੀਗੀਆਂ ਕਿ ਜਿਵੇਂ ਟੀਚਿੰਗ ਲਾਈਨ 'ਚ ਜਾਂਦੀਆਂ ਸੀ, ਕਿਉਂਕਿ ਉਹਨੂੰ ਅੱਛਾ ਇੱਕ ਪ੍ਰੋਫੈਸ਼ਨ ਮੰਨਿਆ ਜਾਂਦਾ ਹੈ ਨਾ ਟੀਚਿੰਗ ਲਾਈਨ ਨੂੰ। ਪਰ ਹੁਣ ਦੇਖੋ ਉਹਨਾਂ ਨੇ ਹਰ ਫੀਲਡ 'ਚ ਜਿਹੜਾ ਉਹਦੇ 'ਚ ਕੰਮ ਕਰ ਰਹੀਆਂ। ਔਰ ਇਹਦੇ ਨਾਲ ਜਿਹੜਾ ਸਰਕਾਰ ਹੈ ਸਾਡੀ, ਪ੍ਰਧਾਨ ਮੰਤਰੀ ਨੇ ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਇਦਾਂ ਦੀਆਂ ਚਲਾਈਆਂ ਜਿਹੜੀਆਂ ਕੁੜੀਆਂ ਨੂੰ IT ਸੈਕਟਰ ਵਿੱਚ ਅੱਗੇ ਆਉਣ ਲਈ ਜਿਹੜੀ ਮਦਦ ਕਰਦੀ ਹੈ। ਇੱਕ ਯੋਜਨਾ PMYK ਹਨਾ, ਜਿਹਦੇ 'ਚ ਮਤਲਬ ਉਹਨਾਂ ਨੇ ਇਦਾਂ ਦੇ ਵੋਕੇਸ਼ਨਲ ਸੈਂਟਰ ਖੋਲੇ ਆ ਜਿਹਦੇ 'ਚ ਕੋਈ ਪੈਸਾ ਨਹੀਂ ਲਿਆ ਜਾਂਦਾ ਕੁੜੀਆਂ ਤੋਂ, ਏਜ ਚਾਹੇ ਕੋਈ ਵੀ ਹੋਵੇ ਕੁੜੀਆਂ ਉੱਥੇ ਦਾਖਲਾ ਲੈ ਸਕਦੀਆਂ ਹਨਾ। ਔਰ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹਦੇ 'ਚ ਜਿਵੇਂ ਦੇਖੋ ਬਿਊਟੀਸ਼ੀਅਨ ਦਾ ਕੋਰਸ ਹੈ, ਹੇਅਰ ਡਰੈਸਿੰਗ ਦਾ ਹੈ, ਯੋਗਾ ਟ੍ਰੇਨਰ ਹੈ, ਤਾਂ ਕਿ ਜਿਹੜੀਆਂ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। 2-3 ਮਹੀਨੇ ਦਾ ਕੋਰਸ ਕਰਕੇ ਕਈ ਵਾਰੀ ਰਹਿ ਕੇ ਉਹਨਾਂ ਨੂੰ ਜੌਬ ਵੀ ਉੱਥੇ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਤੁਸੀਂ ਇੱਥੇ ਸਿੱਖ ਕੇ ਇੱਥੇ ਹੀ ਜੌਬ ਕਰ ਸਕਦੇ ਹੋ। ਅਗਰ ਉੱਥੇ ਉਹਨਾਂ ਨੂੰ ਜੌਬ ਨਹੀਂ ਮਿਲਦੀ ਤਾਂ ਦੇਖੋ ਲੋਨ ਵਗੈਰਾ ਵੀ ਈਜ਼ੀਲੀ ਉਹਨਾਂ ਨੂੰ ਉਹ ਕੰਮ ਖੋਲਣ ਲਈ ਮਿਲ ਜਾਂਦਾ। ਉਸ ਤੋਂ ਬਾਅਦ ਉੱਥੋਂ ਬਾਹਰ ਨਿਕਲਦੀਆਂ ਤੇ ਆਪਣੇ ਪੈਰਾਂ ਸਿਰ ਖੜੇ ਹੋ ਕੇ ਨਿਕਲਦੀਆਂ ਤੇ ਇੱਕ ਆਪਣਾ ਜਿਹੜਾ ਵੱਖਰਾ ਰੁਤਬਾ ਕਹਿ ਲਓ ਤੇ ਇੱਕ ਆਪਣੀ ਵੱਖਰੀ ਪਹਿਚਾਣ ਬਣਾ ਕੇ ਉਹ ਕੰਮ ਕਰਦੀਆਂ। ਬਿਲਕੁਲ ਜੀ। ਇਹਨਾਂ 'ਚ ਮੈਂ ਦੱਸਣਾ ਚਾਹੂੰਗੀ ਭਾਵੇਂ ਗੱਲ ਹੋਵੇ 1857 ਦੀ ਜੇ ਕ੍ਰਾਂਤੀ ਦੀ ਗੱਲ ਕਰੀਏ ਉਹਦੇ 'ਚ ਵੀ ਔਰਤਾਂ ਦਾ ਪੂਰਾ ਯੋਗਦਾਨ ਰਿਹਾ। ਜੇ 1947 ਦੀ ਆਜ਼ਾਦੀ ਦੀ ਗੱਲ ਕਰੀਏ ਹਨਾ, ਉਹਦੇ 'ਚ ਵੀ ਔਰਤਾਂ ਨੇ ਬਹੁਤ ਵਧੀਆ ਕੰਮ ਕੀਤੇ ਆ। ਅੱਜ ਦੀ ਜੇ ਗੱਲ ਕਰੀਏ ਦਿੱਲੀ, ਮੁੰਬਈ, ਕੋਲਕਾਤਾ ਤੋਂ ਲੈ ਕੇ ਚੇਨਈ ਤੱਕ, ਸਿਆਸਤ ਤੋਂ ਲੈ ਕੇ ਕਾਰਪੋਰੇਟ ਤੱਕ ਸੈਕਟਰ ਤੱਕ ਵੱਧ ਚੜ ਕੇ ਔਰਤਾਂ ਨੇ ਹਿੱਸਾ ਲਿੱਤਾ, ਵੱਧ ਚੜ ਕੇ ਉਹ ਅੱਗੇ ਆਈਆਂ ਹਨਾ। ਪੰਚਾਇਤੀ ਜੇ ਚੋਣਾਂ ਦੀ ਗੱਲ ਕਰੀਏ ਉਹਦੇ 'ਚ ਵੀ ਉਹਨਾਂ ਦਾ ਪੂਰਾ ਹੁਣ ਯੋਗਦਾਨ ਹੁੰਦਾ। ਸੋ ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਜਿਵੇਂ ਤੁਸੀਂ ਯੋਜਨਾਵਾਂ ਦੀ ਗੱਲ ਕਰ ਰਹੇ ਸੀ, ਬੇਟੀ ਬਚਾਓ ਬੇਟੀ ਪੜਾਓ ਹਨਾ, ਉਹਦੀ ਯੋਜਨਾ, ਸੁਕੰਨਿਆ ਸਮ੍ਰਿਤੀ ਯੋਜਨਾ, ਉਸ ਤੋਂ ਬਾਅਦ ਸਖੀ ਯੋਜਨਾ, ਲਾਡਲੀ ਯੋਜਨਾ, ਡਿਜੀਟਲ ਲਾਡੋ, ਹਰ ਘਰ
ਸ਼ੌਚਾਲय ਹਨਾ ਹਰ ਇੱਕ ਚੀਜ਼ ਦੀ ਮੇਰੇ ਖਿਆਲ ਨਾਲ ਔਰਤਾਂ ਵਾਸਤੇ ਜਿਹੜੇ ਇਹ ਕੰਮ ਕੀਤੇ ਗਏ ਨੇ, ਸਾਰੇ ਬਣਾਏ ਗਏ ਨੇ, ਇਹ ਬਹੁਤ ਕਿਤੇ ਨਾ ਕਿਤੇ ਔਰਤਾਂ ਵਾਸਤੇ ਲਾਭਦਾਇਕ ਸਾਬਿਤ ਹੋਏ ਨੇ। ਜੇ ਅਸੀਂ ਜਿਵੇਂ ਤੁਸੀਂ PMKVY ਦੀ ਗੱਲ ਕਰ ਰਹੇ ਸੀਗੇ, ਉਹਦੇ ਚ ਵੀ ਜੇ ਗੱਲ ਕਰੀਏ ਤਾਂ 2.0 ਰਾਹੀਂ 68,12,000 ਮਹਿਲਾਵਾਂ ਜਿਹੜੀਆਂ ਨੇ ਉਹ ਟ੍ਰੇਨਡ ਹੋਈਆਂ ਸੀਗੀਆਂ। ਜਨ ਸਿੱਖਿਅਕ ਸਮ੍ਰਿਤੀ ਯੋਜਨਾ ਦੀ ਜੇ ਗੱਲ ਕਰੀਏ, ਇਹਦੇ ਵਿੱਚ 2018 ਤੋਂ ਲੈ ਕੇ 20 ਤੱਕ 4.8 ਲੱਖ ਔਰਤਾਂ ਜਿਹੜੀਆਂ ਟ੍ਰੇਨਡ ਹੋਈਆਂ ਸੀਗੀਆਂ। ITI ਰਾਹੀਂ 38.72 ਲੱਖ ਜਿਹੜੀਆਂ ਔਰਤਾਂ ਨੇ ਉਹ ਟ੍ਰੇਨਡ ਹੋਈਆਂ। ਜੋ ਇਹ ਸਾਰੀ ਚੀਜ਼ਾਂ ਨੇ ਜਿਹੜੀਆਂ ਮੇਰੇ ਖਿਆਲ ਨਾਲ ਔਰਤ ਦੀ ਜ਼ਿੰਦਗੀ ਨੂੰ ਸੁਧਾਰਨ ਵਾਸਤੇ ਸ਼ੁਰੂ ਕੀਤੀਆਂ ਗਈਆਂ ਸੀ। ਤੇ ਜੇ ਆંકੜੇ ਨੇ ਜੇ ਇਹ ਸਹੀ ਨੇ ਹਨਾ, ਕਿਉਂਕਿ ਕਈ ਵਾਰ ਕਿਤਾਬ ਪੇਪਰਸ ਦੇ ਵਿੱਚ ਤਾਂ ਆંકੜੇ ਹੁੰਦੇ ਨੇ, ਪਰ ਕਿਤੇ ਨਾ ਕਿਤੇ ਉਹ ਜੇ ਅਸੀਂ ਰੀਅਲ ਜ਼ਿੰਦਗੀ ਤੇ ਜਾਈਏ ਹਨਾ, ਗਰਾਊਂਡ ਲੈਵਲ ਤੇ ਜੇ ਰਿਪੋਰਟ ਦੀ ਗੱਲ ਕਰੀਏ ਤਾਂ ਉਹ ਸਹੀ ਨਹੀਂ ਹੁੰਦੀ ਆ। ਜੇ ਇਹ ਰਿਪੋਰਟ ਸਹੀ ਨੇ ਤਾਂ ਮੇਰੇ ਖਿਆਲ ਨਾਲ ਔਰਤਾਂ ਦੀ ਜ਼ਿੰਦਗੀ ਕਿਤੇ ਨਾ ਕਿਤੇ ਬਹੁਤ ਸੁਖਾਲੀ ਹੋਈ ਹੋਊਗੀ। ਜਿਵੇਂ ਤੁਸੀਂ ਵੋਕੇਸ਼ਨਲ ਕੋਰਸਿਸ ਦੀ ਗੱਲ ਕੀਤੀ, ਹੁਣ ਲੋਕਾਂ ਨੂੰ ਲੱਗਦਾ ਵੀ ਇੰਜੀਨੀਅਰਿੰਗ ਕਰ ਲਈ ਹਨਾ, ਮੈਡੀਕਲ ਕਰ ਲਿਆ, ਉਹਦੇ ਚ ਤਾਂ ਜਾ ਕੇ ਲਾਈਨ ਸੇਮ ਹੀ ਹੈ, ਫਿਰ ਹੁਣ ਅੱਗੇ ਫਿਰ ਪਤਾ ਨਹੀਂ ਲੱਗਦਾ ਵੀ ਅਸੀਂ ਕਰੀਏ ਕੀ, ਨੌਕਰੀਆਂ ਨਹੀਂ ਮਿਲਦੀਆਂ। ਤਾਂ ਉਹਦੇ ਵਾਸਤੇ ਵੋਕੇਸ਼ਨਲ ਕੋਰਸਿਸ ਜਿਹੜੇ ਸਟਾਰਟ ਕਰਵਾਏ ਵੀ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ, ਉਹਨਾਂ ਨੂੰ ਰੋਜ਼ਗਾਰ ਮਿਲ ਸਕੇ। ਹੱਥੀ ਕੰਮ ਹਨਾ, ਜਿਵੇਂ ਬਿਊਟੀਸ਼ੀਅਨ ਤੁਸੀਂ ਗੱਲ ਕੀਤੀ, ਹੱਥੀ ਕੰਮ ਉਹ ਸਾਰਾ ਕਰਕੇ ਪੈਸਾ ਕਮਾ ਸਕਣ ਆਪਣੇ ਵਾਸਤੇ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਔਰਤਾਂ ਵਾਸਤੇ ਕਿਤੇ ਨਾ ਕਿਤੇ ਉਹਨਾਂ ਵਾਸਤੇ ਲਾਭਦਾਇਕ ਜ਼ਰੂਰ ਸਾਬਿਤ ਹੋਈਆਂ ਨੇ। ਬਿਲਕੁਲ ਜੀ। ਔਰ ਦੇਖੋ ਆਪਾਂ ਜਿਵੇਂ ਪਹਿਲਾਂ ਆਰਥਿਕਤਾ ਦੀ ਗੱਲ ਕੀਤੀ ਸੀ, ਜਿੱਥੇ ਇੰਡੀਪੈਂਡੈਂਟ ਹੋਣਗੀਆਂ ਉੱਥੇ ਆਪਣੇ ਘਰ ਨੂੰ ਵੀ ਚੰਗੀ ਤਰੀਕੇ ਨਾਲ ਚਲਾ ਸਕਣਗੇ ਹਨ, ਤੇ ਜਿਹੜਾ ਸਾਡਾ ਦੇਸ਼ ਉਹ ਤਾਂ ਖੁਦ ਹੀ ਚੰਗੀ ਤਰੀਕੇ ਨਾਲ ਚੱਲ ਜਾਊਗਾ ਜਦੋਂ ਔਰਤਾਂ ਜਿਹੜੀਆਂ ਹਰ ਕੰਮ 'ਚ ਜਿਹੜੀਆਂ ਸਕਸੈਸ ਲੈ ਰਹੀਆਂ। ਬਿਲਕੁਲ। ਚੰਦਰਯਾਨ 2 ਦੀ ਜੇ ਗੱਲ ਕਰੀਏ ਪਿਛਲੇ ਸਾਲ ਹਨਾ, ਉਹਦੀ ਕਮਾਨ ਵੀ 2 ਔਰਤਾਂ ਦੇ ਹੱਥ ਸੌਂਪੀ ਗਈ ਸੀ ਤੇ ਉਹਨਾਂ ਨੇ ਸਫਲਤਾਪੂਰਵਕ ਆਪਣਾ ਕੰਮ ਵੀ ਕੀਤਾ ਸੀਗਾ। ਸੋ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਵੀ ਔਰਤਾਂ ਦੀ ਜਿਹੜੀ ਵੈਲਿਊ ਹੈ, ਅਸੀਂ ਅਕਸਰ ਗੱਲ ਕਰਦੇ ਹਾਂ ਵੀ ਔਰਤਾਂ ਦੀ ਵੈਲਿਊ ਘਟੀ ਹੈ, ਪਰ ਕਿਤੇ ਨਾ ਕਿਤੇ ਜੇ ਅਸੀਂ ਆંકੜੇ ਦੇਖੀਏ ਜਾਂ ਅਸੀਂ ਡੀਪ ਚ ਜਾ ਕੇ ਸਟੱਡੀ ਕਰਨ ਦੀ ਕੋਸ਼ਿਸ਼ ਕਰੀਏ ਤਾਂ ਪਹਿਲਾਂ ਨਾਲੋਂ ਹੁਣ ਤੱਕ ਦੀ ਜਿਹੜੀ ਉਹਨਾਂ ਦੀ ਵੈਲਿਊ ਹੈ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵਧੀ ਹੈ ਇਸ ਟਾਈਮ ਤੇ ਜੀ। ਔਰ 8 ਮਾਰਚ ਨੂੰ ਜਿਵੇਂ ਅਸੀਂ ਵਿਮਨਸ ਡੇ ਜਿਹੜਾ ਸੈਲੀਬ੍ਰੇਟ ਕਰ ਰਹੇ ਹਾਂ, ਉਹਦੇ ਨਾਲ ਰਿਲੇਟਡ ਸਾਡੇ ਕੋਲ ਗੱਲਾਂ ਹੋਰ ਵੀ ਬਹੁਤ ਸਾਰੀਆਂ ਹੈਗੀਆਂ, ਪਰ ਹੁਣ ਸਮਾਂ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਪ੍ਰੋਗਰਾਮ ਨੂੰ ਜਾਰੀ ਰੱਖਾਂਗੇ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸ਼ੇਡਸ ਆਫ ਵਿਮਨ। ਸੋ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਔਰਤਾਂ ਦੀ ਸਥਿਤੀ ਦੀ ਹਨਾ, ਵੀ ਔਰਤਾਂ ਦੀ ਵੈਲਿਊ ਜਿਹੜੀ ਕਿੰਨੀ ਵਧੀ ਹੈ ਇਸ ਟਾਈਮ ਤੇ। ਪਰ ਫਿਰ ਵੀ ਜੇ ਕੇਸਿਸ ਦੇਖੀਏ ਅੱਜ ਕੱਲ ਦੇ ਹਨਾ, ਜਿਹੜੇ ਕੇਸਿਸ ਸਾਹਮਣੇ ਆਉਂਦੇ ਨੇ ਜਿਸ ਤਰੀਕੇ ਦੇ, ਤਾਂ ਉਹਨਾਂ ਨੂੰ ਦੇਖ ਕੇ ਪਤਾ ਲੱਗਦਾ ਵੀ ਔਰਤ ਭਾਵੇਂ ਘਰੇ ਹੋਵੇ, ਆਫਿਸ 'ਚ ਹੋਵੇ ਹਨਾ, ਸਕੂਲ 'ਚ ਹੋਵੇ ਜਾਂ ਕਾਲਜ 'ਚ ਹੋਵੇ, ਕਿਤੇ ਵੀ ਜਿਹੜੀ ਔਰਤ ਹੈ ਉਹ ਸੁਰੱਖਿਅਤ ਨਹੀਂ ਹੈਗੀ। ਪਰ ਜੇ ਸਮਾਜ 'ਚ ਜਿਹੜੀਆਂ ਔਰਤਾਂ ਮੂਹਰੇ ਆਈਆਂ ਨੇ, ਜਿਹੜੀ ਲੋਕਾਂ ਵਾਸਤੇ ਉਦਾਹਰਣ ਬਣੀਆਂ ਨੇ, ਜਿਵੇਂ ਕਹਿੰਦੇ ਨੇ ਨਾ ਵੀ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ, ਪਰ ਕਿਤੇ ਨਾ ਕਿਤੇ ਉਹਨਾਂ ਨੇ ਔਰਤਾਂ ਦੀ ਜੂਨ ਨੂੰ ਸੁਧਾਰਨ ਲਈ ਬਹੁਤ ਵੱਡੇ ਕਦਮ ਚੁੱਕੇ ਨੇ, ਜਿਨ੍ਹਾਂ ਕਰਕੇ ਹਨਾ ਔਰਤ ਦੀ ਅੱਜ ਵੈਲਿਊ ਇੰਨੀ ਵਧੀ ਹੈ। ਸੋ ਉਹਨਾਂ ਔਰਤਾਂ ਦੀ ਸ਼ਲਾਘਾ ਕਰਨੀ ਜ਼ਰੂਰ ਬਣਦੀ ਹੈ। ਬਿਲਕੁਲ ਜੀ। ਔਰ ਦੇਖੋ ਸਿਆਸੀ ਖੇਤਰ 'ਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਹੈਗੀਆਂ ਜਿਨ੍ਹਾਂ ਨੇ ਔਰਤਾਂ ਲਈ ਕੰਮ ਕੀਤਾ। ਔਰਤਾਂ ਲਈ ਕੀ, ਦੇਖੋ ਮਰਦ ਪ੍ਰਧਾਨ ਸਮਾਜ ਹੋ ਕੇ ਉਹਨਾਂ ਨੇ ਮਰਦਾਂ ਲਈ ਵੀ ਕੰਮ ਕੀਤਾ ਹਨਾ। ਜੇ ਗੱਲ ਕਰੀਏ ਆਪਾਂ ਸੁਸ਼ਮਾ ਸਵਰਾਜ ਹਨਾ, ਪੋਲਿਟਿਕਸ 'ਚ ਆਏ ਔਰ ਵਿਦੇਸ਼ ਮੰਤਰੀ ਸੀ ਜਦੋਂ ਉਹ, ਤੇ ਬਹੁਤ ਸਾਰੀਆਂ ਮਹਿਲਾਵਾਂ ਜਿਵੇਂ ਰੋਜੀ ਰੋਟੀ ਦੀ ਤਲਾਸ਼ ਕੋਈ ਫੌਰਨ ਚਲਾ ਜਾਂਦਾ, ਜਿਵੇਂ ਸਿੰਗਾਪੁਰ ਦੀ ਗੱਲ ਕਰ ਲਈਏ, ਦੁਬਈ ਹਨਾ, ਉੱਥੇ ਜਾ ਕੇ ਕਹਿ ਲਓ ਕਿ ਏਜੰਟ ਉਹਨਾਂ ਨੂੰ ਕੁਝ ਇਦਾਂ ਦਾ ਮਿਲ ਜਾਂਦਾ, ਜਾਂ ਕੋਈ ਅਣਸੁਖਾਵੀ ਘਟਨਾ ਜਦੋਂ ਉਹਨਾਂ ਦੇ ਨਾਲ ਹੋ ਜਾਂਦੀ ਆ, ਫਸ ਜਾਂਦੀ ਆ, ਤਾਂ ਉਹਨਾਂ ਦੀ ਇੱਕ ਗੁਹਾਰ ਹੁੰਦੀ ਹੈ ਕਿ ਜਿਹੜਾ ਸਾਨੂੰ ਇੱਥੋਂ ਬਚਾਇਆ ਜਾਵੇ। ਔਰ ਸੁਸ਼ਮਾ ਸਵਰਾਜ ਨੇ ਬਹੁਤ ਸਾਰੀਆਂ ਅਜਿਹੀਆਂ ਕੁੜੀਆਂ ਨੂੰ ਬਚਾ ਕੇ ਭਾਰਤ ਲਿਆਂਦਾ, ਪੰਜਾਬ ਲਿਆਂਦਾ, ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਸੁਧਾਰੀ ਹੈ ਹਨਾ। ਫਿਰ ਜਿਸ ਤਰ੍ਹਾਂ ਸਿਆਸੀ ਖੇਤਰ ਦੀ ਗੱਲ ਕਰ ਲਈਏ, ਨਿਰਮਲਾ ਸੀਤਾਰਮਨ, ਇੰਦਰਾ ਗਾਂਧੀ ਗਾ, ਉਹਨਾਂ ਦੀ ਬੇਟੀ ਪ੍ਰਿੰਕਾ ਗਾਂਧੀ ਵੀ ਆ, ਉਹ ਵੀ ਸਿਆਸਤ 'ਚ ਆ ਚੁੱਕੀ ਹੈ ਹਨਾ। ਕਿਉਂਕਿ ਦੇਖੋ ਕੱਲਾ ਘਰ ਸੰਭਾਲਣਾ ਹੀ ਬਹੁਤ ਮੁਸ਼ਕਲ ਹੁੰਦਾ ਹੈ, ਤੇ ਪੂਰੇ ਦੇਸ਼ ਦੀ ਵਾਗਡੋਰ ਆਪਣੇ ਹੱਥਾਂ 'ਚ ਸੰਭਾਲਣਾ, ਪੂਰੇ ਦੇਸ਼ ਦੇ ਹਾਲਾਤਾਂ ਨੂੰ ਲੈ ਕੇ ਚੱਲਣਾ, ਦੇਸ਼ ਦੀ ਜਿਹੜੀ ਬੈਟਰਮੈਂਟ ਲਈ ਜਿਹੜੇ ਕਾਨੂੰਨ ਬਣਾਉਣਾ, ਉਹਨਾਂ ਕਾਨੂੰਨਾਂ ਤੇ ਚੱਲਦਿਆਂ ਹੋਇਆ ਜਾਂ ਉਹਨਾਂ ਲੀਹਾਂ ਤੇ ਚੱਲਦੇ ਹੋਏ ਸਮਾਜ ਦੀ ਤਰੱਕੀ ਆ, ਕਿਵੇਂ ਤਰੱਕੀ ਕਰਨੀ ਆ, ਕਿਵੇਂ ਔਰਤਾਂ ਨੂੰ ਅੱਗੇ ਵਧਣ ਦੇਣਾ, ਉਹ ਸਭ ਲਈ ਜੁੜਨਾ, ਮੈਨੂੰ ਲੱਗਦਾ ਔਰਤਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਔਰਤਾਂ ਜਿਹੜੀਆਂ ਹੈਗੀਆਂ ਅਜਿਹੇ ਰੁਤਬਿਆਂ ਤੱਕ ਵੀ ਪਹੁੰਚ। ਬਿਲਕੁਲ, ਕਿਉਂਕਿ ਕਈ ਵਾਰ ਜਿਹੜੇ ਸਿਆਸੀ ਫੈਸਲੇ ਹੁੰਦੇ ਨੇ ਜਾਂ ਸਿਆਸੀ ਜਿਹੜੇ ਸਾਡੇ ਤੇ ਫੈਸਲੇ ਥੋਪੇ ਜਾਂਦੇ ਨੇ, ਉਹ ਏਦਾਂ ਦੇ ਹੁੰਦੇ ਨੇ ਜਿਹੜੇ ਔਰਤਾਂ ਦੇ ਹੱਕ 'ਚ ਨਹੀਂ ਹੁੰਦੇ। ਸੋ ਔਰਤਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਇਸ ਸਿਆਸਤ ਦੇ ਵਿੱਚ ਜਾਣ ਵਾਸਤੇ ਵੀ, ਤਾਂ ਕਿ ਉਹ ਆਪਣੀ ਔਰਤਾਂ ਦੀ ਜਿਹੜੀ ਜੂਨ ਆ ਉਹਨੂੰ ਸੁਧਾਰਨ ਵਾਸਤੇ ਵੱਡੇ ਫੈਸਲੇ ਲੈਣ ਜੋਗੀਆਂ ਹੋ ਜਾਣ। ਕਿਉਂਕਿ ਜੇ ਉੱਥੇ ਤੱਕ ਨਾ ਪਹੁੰਚਦੇ ਤਾਂ ਮੇਰੇ ਖਿਆਲ ਨਾਲ ਔਰਤਾਂ ਦੀ ਗੱਲ ਕਿਸੇ ਨੇ ਨਹੀਂ ਸੀ ਸੁਣਨੀ। ਹੌਲੀ ਹੌਲੀ ਛੋਟੇ ਛੋਟੇ ਲੈਵਲ ਤੋਂ ਜਿਵੇਂ ਸਟਾਰਟ ਕਰਕੇ ਪੰਚਾਇਤ ਤੋਂ, ਉਸ ਤੋਂ ਬਾਅਦ ਅੱਗੇ 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 ਛੋਟੀ ਛੋਟੀ ਪਦਵੀਆਂ ਤੇ ਪਹੁੰਚ ਕੇ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ, ਆਪਣੇ ਜੀਵਨ ਸੁਧਾਰਨ ਦੀ ਕੋਸ਼ਿਸ਼ ਕੀਤੀ ਔਰਤਾਂ ਦੀ ਨਾਲ, ਜਿਵੇਂ ਕਿ ਤੁਸੀਂ ਕਿਹਾ ਵੀ ਔਰਤ ਹੋ ਕੇ ਮਰਦਾਂ ਦੀ ਜੂਨ ਸੁਧਾਰੀ। ਸੋ ਉਹ ਚੀਜ਼ ਵੱਡੇ ਕਦਮ ਚੁੱਕਣੇ ਬਹੁਤ ਔਖੇ ਹੁੰਦੇ ਨੇ, ਹੌਸਲਾ
ਅਫਜ਼ਾਈ, ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਵੀ ਹੌਸਲਾ ਅਫਜ਼ਾਈ ਜ਼ਰੂਰ ਉਹਨਾਂ ਔਰਤਾਂ ਦੀ ਹੋਣੀ ਚਾਹੀਦੀ ਹੈ, ਸ਼ਲਾਘਾ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੀ ਹੋਰ ਔਰਤਾਂ ਨੇ ਸਾਡੇ ਸਮਾਜ ਦੇ ਵਿੱਚ ਉਹ ਵੀ ਅੱਗੇ ਆ ਸਕਣ ਤੇ ਆਪਣੇ ਆਪ ਨੂੰ ਸੁਧਾਰਨ ਵਾਸਤੇ, ਬਾਕੀਆਂ ਨੂੰ ਸੁਧਾਰਨ ਵਾਸਤੇ, ਸਮਾਜ ਨੂੰ ਸੁਧਾਰਨ ਵਾਸਤੇ ਹੋਰ ਕਦਮ ਚੁੱਕ ਸਕਣ। ਬਿਲਕੁਲ ਜੀ। ਔਰਤ ਇਹ ਦੇਖੋ ਕਿ ਔਰਤ ਹੈਗੀ ਹੈ, ਦੇਖੋ ਘਰ ਦੇ ਇੰਨੇ ਪਰਿਵਾਰ, ਜਿਹੜੇ ਪਰਿਵਾਰ ਦੇ ਇੰਨੇ ਮੈਂਬਰ ਹੁੰਦੇ ਉਹਨਾਂ ਦੀ ਦੇਖਭਾਲ ਕਰਦੀ ਹੈ, ਕੇਅਰ ਕਰਦੀ ਹੈ, ਹਨਾ। ਤੇ ਅਸੀਂ ਜੇ ਚਾਹੁੰਦੇ ਆ ਕਿ ਸਾਨੂੰ ਸਨਮਾਨ ਮਿਲੇ ਤੇ ਸਾਨੂੰ ਮੈਨੂੰ ਲੱਗਦਾ ਔਰਤ ਦਾ ਸਨਮਾਨ ਵੀ ਕਰਨਾ ਚਾਹੀਦਾ, ਹਨਾ। ਔਰ ਜਿਹੜੀ ਸਾਡੀ ਇੱਕ ਮਾਨਸਿਕਤਾ ਬਣੀ ਹੋਈ ਆ ਕਿ ਔਰਤ ਇਹ ਕੰਮ ਨਹੀਂ ਕਰ ਸਕਦੀ, ਔਰਤ ਉਹ ਕੰਮ ਨਹੀਂ ਕਰ ਸਕਦੀ, ਇਹਦੇ ਤੇ ਇੱਥੇ ਪਾਬੰਦੀ ਲੱਗਣੀ ਚਾਹੀਦੀ ਆ। ਗੱਲ ਕੀ ਕਿ ਜਿੱਥੇ ਔਰਤ ਆਪਣੀ ਮਰਜ਼ੀ ਨਾਲ ਜ਼ਿੰਦਗੀ ਆਪਦੀ ਬਸਰ ਨਹੀਂ ਕਰ ਸਕਦੀ, ਤਾਂ ਸਾਨੂੰ ਔਰਤਾਂ ਲਈ ਆਪਣੀ ਜਿਹੜੀ ਮਾਨਸਿਕਤਾ ਹੈਗੀ ਆ ਨਾ ਉਹ ਬਦਲਣੀ ਪਊਗੀ। ਔਰਤ ਨੂੰ ਸਿਰਫ ਇੱਕ ਵਸਤੂ ਜਾਂ ਉਹਨੂੰ ਪੈਰ ਦੀ ਜੁੱਤੀ ਸਮਝ ਕੇ ਮੈਨੂੰ ਨਹੀਂ ਲੱਗਦਾ ਕਿ ਗੁਜ਼ਾਰਾ ਹੋ ਸਕਦਾ ਹੈ। ਜੇ ਅਸੀਂ ਰਿਸਪੈਕਟ ਚਾਹੁੰਦੇ ਆ ਤਾਂ ਔਰਤ ਨੂੰ ਵੀ ਉਹਦੀ ਬਣਦੀ ਰਿਸਪੈਕਟ ਦੇਣੀ ਚਾਹੀਦੀ ਹੈ, ਕਿਉਂਕਿ ਦੇਖੋ ਘਰ ਦੀ ਨੀਂਹ ਆ ਜਿਹੜੀ ਉਹ ਔਰਤ ਦੇ ਸਿਰ ਤੇ ਹੁੰਦੀ ਆ। ਔਰ ਕਹਿੰਦੇ ਨੇ ਕਿ ਇੱਕ ਦਿਨ ਔਰਤ ਘਰੇ ਨਾ ਹੋਵੇ ਨਾ ਤੇ ਘਰ ਦੀ ਜਿਹੜੀ ਹਾਲਤ ਖਰਾਬ ਹੋ ਜਾਂਦੀ, ਕਿਉਂਕਿ ਜਿਹੜੇ ਕੰਮ ਔਰਤ ਨੇ ਕਰਨੇ ਮੈਨੂੰ ਨਹੀਂ ਲੱਗਦਾ ਕਿ ਮਰਦ ਉਹ ਕੰਮ ਉਹਨਾਂ ਕੰਮਾਂ 'ਚ ਇੰਨੇ ਪਰਪੱਕ ਹੋ ਸਕਦੇ। ਚਾਹੇ ਸਫਾਈ ਦਾ ਕੰਮ ਲੈ ਲਓ, ਦੇਖਣ ਨੂੰ ਲੱਗੂਗਾ ਕਿ ਛੋਟਾ ਜਿਹਾ ਕੰਮ ਹੈ, ਹਨਾ, ਪਰ ਜਦੋਂ ਘਰ 'ਚ ਸਫਾਈ ਹੁੰਦੀ ਹੈ, ਘਰ ਚੰਗੀ ਤਰ੍ਹਾਂ ਸਜਿਆ ਸੰਵਰਿਆ ਹੁੰਦਾ ਤਾਂ ਹੀ ਸੋਹਣਾ ਲੱਗਦਾ, ਹਨਾ। ਤੇ ਜੇਕਰ ਘਰ ਸੋਹਣਾ ਲੱਗਦਾ, ਘਰ 'ਚ ਸ਼ਾਂਤੀ ਹੈਗੀ, ਤਾਂ ਮੈਨੂੰ ਲੱਗਦਾ ਫੇਰ ਹੀ ਖੁਸ਼ਹਾਲੀ ਹੁੰਦੀ। ਜੇ ਮਕਾਨ ਦੀ ਗੱਲ ਕਰੀਏ, ਹਨਾ, ਮਕਾਨ ਨੂੰ ਘਰ ਬਣਾਉਂਦੀ ਹੈ ਇੱਕ ਔਰਤ, ਹਨਾ, ਪਰ ਫਿਰ ਵੀ ਕਿਹਾ ਜਾਂਦਾ ਹੈ ਵੀ ਔਰਤਾਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ। ਪਰ ਜੇ ਗੱਲ ਕਰੀਏ ਅਸੀਂ ਔਰਤਾਂ ਦੀ, ਉਹ ਹਰ ਇੱਕ ਰਿਸ਼ਤੇ ਨੂੰ ਸੰਜੋ ਕੇ ਰੱਖਦੀਆਂ ਨੇ, ਮੋਹ ਦੇ ਨਾਲ, ਪ੍ਰੇਮ ਦੇ ਨਾਲ, ਹਨਾ, ਵੀ ਰਿਸ਼ਤੇ ਨੂੰ ਜੋੜ ਕੇ ਰੱਖਦੀਆਂ ਨੇ। ਪਰ ਫਿਰ ਵੀ ਕਿਹਾ ਜਾਂਦਾ ਵੀ, ਹਨਾ, ਔਰਤ ਨੂੰ ਅਗਲੀ ਜਿਹੜਾ ਉਹਨੂੰ ਜਨਮ ਦੇਣ ਦਾ ਹੱਕ ਦਿੱਤਾ ਗਿਆ ਉਹ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜਾ ਉਹਨਾਂ ਦਾ ਬਣਦਾ ਸਨਮਾਨ ਹੁੰਦਾ, ਜਿਵੇਂ ਕਿ ਤੁਸੀਂ ਕਿਹਾ ਵੀ ਉਹ ਦਿੱਤਾ ਨਹੀਂ ਜਾਂਦਾ। ਔਰਤਾਂ ਇੱਜ਼ਤ ਸਾਰਿਆਂ ਨੂੰ ਦੇਣ, ਪਰ ਔਰਤ ਆਪ ਐਕਸਪੈਕਟ ਨਹੀਂ ਕਰ ਸਕਦੀ ਵੀ ਉਹਨੂੰ ਕੋਈ ਇੱਜ਼ਤ ਦਊਗਾ, ਕਿਉਂਕਿ ਮੇਰੇ ਖਿਆਲ ਮੈਨੂੰ ਜਿੰਨਾ ਕੁ ਲੱਗਦਾ ਵੀ ਔਰਤ ਦੀ ਇੱਜ਼ਤ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਘੱਟ ਹੁੰਦੀ ਹੈ, ਕਿਉਂਕਿ ਉਹ ਜਿੰਨਾ ਕੰਮ ਕਰਦੀ ਹੈ, ਜਿਵੇਂ ਕਿ ਤੁਸੀਂ ਕਿਹਾ ਵੀ 24 ਘੰਟੇ ਔਰਤ ਦੀ ਜ਼ਿੰਦਗੀ ਇਹੋ ਜਿਹੀ ਹੈ ਵੀ ਉਹਨੂੰ 24 ਘੰਟੇ ਕੰਮ ਕਰਨਾ ਪੈਂਦਾ, ਭਾਵੇਂ ਉਹ ਨੌਕਰੀ ਪੇਸ਼ਾ ਹੋਣ। ਨੌਕਰੀ ਤੇ ਜਾ ਕੇ 8 ਘੰਟੇ ਨੌਕਰੀ ਦੇ ਕਰਨੇ, ਉਸ ਤੋਂ ਬਾਅਦ ਘਰੇ ਆ ਕੇ ਫਿਰ 8 ਘੰਟੇ ਕੰਮ ਕਰਨਾ। ਇਹ ਕਿਤੇ ਨਾ ਕਿਤੇ ਕਈ ਵਾਰ ਤਾਂ ਏਦਾਂ ਹੁੰਦਾ ਵੀ ਔਰਤ ਨੇ 2 ਘੰਟੇ ਦੀ ਨੀਂਦ ਵੀ ਲਿੱਤੀ ਨਹੀਂ ਹੁੰਦੀ, ਫਿਰ ਵੀ ਪਰ ਉਹਨੂੰ ਇਹ ਹੁੰਦਾ ਵੀ ਚਾਹੇ ਪਤੀ ਹੈ ਉਹਦਾ, ਉਹ ਚਾਹ ਪੀ ਕੇ ਘਰੋਂ ਦੀ ਨਿਕਲੇ, ਹਨਾ, ਰੋਟੀ ਖਾ ਕੇ ਘਰੋਂ ਦੀ ਨਿਕਲੇ, ਭੁੱਖੇ ਪੇਟ ਨਾ ਨਿਕਲੇ। ਪਰ ਔਰਤ ਜੇ ਭੁੱਖੀ ਰਹਿੰਦੀ ਹੈ, ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਹਾਂ ਔਰਤ ਉਹਨੇ ਰੋਟੀ ਖਾਧੀ ਕਿ ਨਹੀਂ ਖਾਧੀ। ਬਿਲਕੁਲ। ਸੋ ਉਹਨੂੰ ਜਿਹੜਾ ਬਣਦਾ ਸਨਮਾਨ ਹੈ, ਉਹਨੂੰ ਬਣਦਾ ਪਿਆਰ ਹੈ, ਉਹ ਕਿਤੇ ਨਾ ਕਿਤੇ ਨਹੀਂ ਦਿੱਤਾ ਜਾਂਦਾ ਹਲੇ ਵੀ। ਔਰ ਦੇਖੋ ਔਰਤ ਦੀ ਜੇ ਆਪਾਂ ਗੱਲ ਕਰੀਏ ਨਾ, ਔਰਤ ਵਿੱਚ ਸਹਿਨਸ਼ੀਲਤਾ ਬਹੁਤ ਹੁੰਦੀ ਹੈ। ਉਹਦੇ ਬਹੁਤ ਸਾਰੇ ਜਿਵੇਂ ਸ਼ੌਂਕ, ਬਹੁਤ ਸਾਰੇ ਚਾਅ ਜਾਂ ਬਹੁਤ ਸਾਰੀਆਂ ਲੋੜਾਂ ਨਹੀਂ ਹੁੰਦੀਆਂ। ਔਰਤ ਕੀ ਹੁੰਦੀ, ਛੋਟੀਆਂ ਛੋਟੀਆਂ ਲੋੜਾਂ ਨਾਲ ਹੀ ਖੁਸ਼ ਹੋ ਜਾਂਦੀ ਹੈ, ਹਨਾ। ਜਿਵੇਂ ਕਿਤੇ ਸ਼ਾਪਿੰਗ ਤੇ ਲੈ ਗਏ, ਕਿਤੇ ਪਿਕਨਿਕ ਮਨਾਉਣ ਲਈ ਚਲੇ ਗਏ, ਮਤਲਬ ਕਿ ਥੋੜਾ ਜਿਹਾ ਦੇਖੋ ਉਹਦਾ ਸਾਰਾ ਦਿਨ ਵਿਚਾਰੀ ਕੰਮ 'ਚ ਲੱਗੀ ਰਹਿੰਦੀ ਹੈ, ਥੋੜਾ ਜਿਹਾ ਮਾਹੌਲ ਵੀ ਉਹਦਾ ਚੇਂਜ ਹੋ ਜਾਂਦਾ, ਉਹਦਾ ਮਾਈਂਡ ਵੀ ਚੇਂਜ ਹੋ ਜਾਂਦਾ। ਇੱਕ ਬੰਦੇ ਨੂੰ ਆਪਾਂ ਵੀ ਲੈ ਲਓ, ਜੇ ਇੱਕ ਕੰਮ ਲਗਾਤਾਰ ਕਰਦੇ ਰਹੀਏ ਨਾ, ਕਿਤੇ ਨਾ ਕਿਤੇ ਫੈਡ ਅਪ ਹੋ ਜਾਂਦੇ, ਸਾਨੂੰ ਵੀ ਲੱਗਦਾ ਹੁੰਦਾ ਕਿ ਬ੍ਰੇਕ ਦੀ ਲੋੜ ਹੈ, ਹਨਾ। ਤੇ ਇਸ ਤਰ੍ਹਾਂ ਜਿਹੜੀਆਂ ਘਰੇਲੂ ਔਰਤਾਂ ਉਹ ਤਾਂ ਸਭ ਤੋਂ ਵੱਡਾ ਯੋਗਦਾਨ ਪਾ ਰਹੀਆਂ, ਤੇ ਉਹਨਾਂ ਨੂੰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਜਿਹੀ ਬ੍ਰੇਕ ਦੀ ਜ਼ਰੂਰਤ ਹੁੰਦੀ ਹੈ। ਹਲੇ ਵੀ ਜੇ ਅਸੀਂ ਕਈ ਖੇਤਰਾਂ ਦੀ ਗੱਲ ਕਰੀਏ, ਹਨਾ, ਹਲੇ ਵੀ ਏਦਾਂ ਦਾ ਮਹਿਸੂਸ ਹੁੰਦਾ ਹੈ ਵੀ ਔਰਤ ਨੂੰ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਉਹਦਾ। ਸੋ ਕਈ ਵਾਰ ਮਨ ਦੇ ਵਿੱਚ ਇਹੀ ਸਵਾਲ ਆਉਂਦੇ ਵੀ ਸਾਡਾ ਹੱਕ ਸਾਨੂੰ ਕਦੋਂ ਮਿਲੂਗਾ। ਜੇ ਅਸੀਂ ਨਿਰਭਇਆ ਕੇਸ ਦੀ ਜੇ ਗੱਲ ਕਰੀਏ, ਪਿਛਲੇ ਐਪੀਸੋਡ 'ਚ ਵੀ ਮੇਰੇ ਖਿਆਲ ਨਾਲ ਅਸੀਂ ਇਸ ਤੇ ਵਿਚਾਰ ਚਰਚਾ ਕੀਤੀ ਸੀਗੀ, ਵੀ ਉਦੋਂ ਵੀ ਇਹੀ ਗੱਲ ਉੱਠੀ ਸੀਗੀ ਵੀ ਵਾਰ-ਵਾਰ ਫਾਂਸੀ ਦੀ ਤਰੀਕ ਦੇ ਦਿੱਤੀ ਜਾਂਦੀ ਹੈ ਵੀ ਇਸ ਤਰੀਕ ਨੂੰ ਫਾਂਸੀ ਹੋ ਜੂਗੀ ਉਹਨਾਂ ਦੇ ਦੋਸ਼ੀਆਂ ਨੂੰ, ਪਰ ਕੀਤੀ ਨਹੀਂ ਜਾਂਦੀ। ਅੱਗੇ ਦੀ ਅੱਗੇ ਡੇਟ ਵਧਾ ਦਿੱਤੀ ਜਾਂਦੀ ਹੈ, ਤਰੀਕ ਦੇ ਦਿੱਤੀ ਜਾਂਦੀ ਹੈ ਵੀ ਹੁਣ ਇਸ ਤਰੀਕ ਨੂੰ ਕਰਾਂਗੇ, ਹੁਣ ਇਸ ਤਰੀਕ ਨੂੰ ਕਰਾਂਗੇ। ਹੁਣ ਵੀ ਜਦੋਂ ਆਖਰੀ ਵਾਰ ਵੀ ਜਦੋਂ ਤਰੀਕ ਪੱਕੀ ਕਰ ਦਿੱਤੀ ਗਈ ਸੀ ਵੀ ਇਸ ਤਰੀਕ ਨੂੰ ਫਾਂਸੀ ਦੇ ਦਿੱਤੀ ਜਾਊਗੀ, ਪਰ ਫਿਰ ਦੁਬਾਰਾ ਅੱਗੇ ਤਰੀਕ ਵਧਾ ਦਿੱਤੀ ਗਈ। ਵੀ ਇੰਨਾ ਪ੍ਰੋਸੈਸ ਇਹ ਲੰਬਾ ਹੁੰਦਾ ਵੀ ਹਲੇ ਤੱਕ ਮੇਰੇ ਖਿਆਲ ਨਾਲ ਉਸ ਤੋਂ ਬਾਅਦ ਜਿਹੜੇ ਕੇਸਿਸ ਸਾਹਮਣੇ ਆਏ ਨੇ, ਹਨਾ, ਉਹਨਾਂ 'ਚ ਇਨਸਾਫ ਕਿਤੇ ਨਾ ਕਿਤੇ ਮਿਲ ਚੁੱਕਿਆ, ਪਰ ਨਿਰਭਇਆ ਕੇਸ 'ਚ ਹਲੇ ਤੱਕ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ, ਇਹ ਹਲੇ ਤੱਕ ਸਾਰਿਆਂ ਦੇ ਮਨਾਂ 'ਚ ਮੇਰੇ ਖਿਆਲ ਨਾਲ ਕਿਉਂਕਿ ਉਦੋਂ ਪੂਰਾ ਦੇਸ਼, ਹਨਾ, ਦੇਸ਼ ਦੇ ਅੱਖਾਂ 'ਚ ਅਥਰੂ ਸੀਗੇ, ਉਦੋਂ ਰੂਹ ਸਾਰਿਆਂ ਦੀ ਕੰਬ ਗਈ ਸੀਗੀ। ਉਹ ਮੰਜ਼ਰ ਦੇਖ ਕੇ ਜਿਹੜਾ ਉਸ ਵੇਲੇ ਦਿਖਿਆ ਸੀਗਾ ਸਾਨੂੰ ਮੀਡੀਆ ਦੇ ਵੱਲੋਂ ਦੀ, ਟੀਵੀ ਦੇ ਵਿੱਚ ਜਿਹੜੀ ਹਰ ਇੱਕ ਖਬਰ ਦੱਸੀ ਜਾ ਰਹੀ ਸੀ, ਕਿਸ ਤਰੀਕੇ ਨਾਲ ਉੱਥੇ ਕੀ ਮਾਹੌਲ ਸੀਗਾ ਸਾਰਾ। ਹੁਣ ਵੀ ਸਿਰਫ ਉਹਨਾਂ ਦੇ ਮਾਤਾ ਪਿਤਾ ਦੇ ਹੀ ਨਹੀਂ, ਨਿਰਭਇਆ ਦੇ ਮਾਤਾ ਪਿਤਾ ਨਹੀਂ, ਬਲਕਿ ਪੂਰੇ ਦੇਸ਼ 'ਚ ਇਹ ਸਵਾਲ ਉੱਠਦਾ ਵੀ ਕਦੋਂ ਉਹਨੂੰ ਆਪਣਾ ਇਨਸਾਫ ਦਿੱਤਾ ਜਾਊਗਾ, ਕਦੋਂ ਉਹਨੂੰ ਇਨਸਾਫ ਮਿਲੂਗਾ, ਵੀ ਤਰੀਕਾ ਹੀ ਮਿਲਣਗੀਆਂ ਕਿ ਇਨਸਾਫ ਵੀ ਮਿਲੂਗਾ। ਹਲੇ ਤੱਕ ਅੱਜ ਤੱਕ ਕਿਸੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈਗਾ। ਬਿਲਕੁਲ ਜੀ। ਔਰ ਉਹਨੂੰ ਦੇਖੋ, ਇਹਦੇ 'ਚ ਕੱਲੀ ਨਿਰਭਇਆ ਦੀ ਮਾਂ ਨਹੀਂ, ਲੱਖਾਂ ਉਹ ਕੁੜੀਆਂ ਜਿਨ੍ਹਾਂ ਨਾਲ ਕਦੇ ਇਹੋ ਜਿਹੀ ਕੋਈ ਤਰਾਸਦੀ ਹੋਈ ਹੋਊਗੀ, ਲੱਖਾਂ ਉਹ ਘਰ ਦੇ ਜਿਨ੍ਹਾਂ ਨੇ ਇਹੋ ਜਿਹੀ ਤਰਾਸਦੀ ਕਦੇ ਝੱਲੀ ਹੋਊਗੀ, ਉਹ ਸਾਰੇ ਨਿਆਂ ਦੀ ਉਡੀਕ ਵਿੱਚ ਹੈਗੇ ਕਿ ਕਦੋਂ ਉਹਨਾਂ ਨੂੰ
ਬਣਦਾ ਜਿਹੜਾ ਨਿਆਂ ਉਹ ਮਿਲੂਗਾ, ਕਦੋਂ ਉਹਨਾਂ ਦਾ ਬਣਦਾ ਹੱਕ ਮਿਲੂਗਾ। ਦੇਖੋ ਮੈਨੂੰ ਲੱਗਦਾ ਇੱਕ ਕਾਨੂੰਨੀ ਪ੍ਰੋਸੈਸ ਕਰਕੇ ਸ਼ਾਇਦ ਇਹਦੇ ਵਿੱਚ ਕੁਝ ਡਿਲੇ ਹੋ ਸਕਦਾ, ਕਿਉਂਕਿ ਜਿਹੜੇ ਮੁਜਰਮ ਨੇ ਉਹ ਵੀ ਆਪਣਾ ਹਰ ਇੱਕ ਤਰੀਕਾ ਕਹਿ ਲਓ ਜਾਂ ਹਰ ਇੱਕ ਪੈਂਤੜਾ ਅਜਮਾ ਰਿਹਾ ਕਿ ਕਿਵੇਂ ਅਸੀਂ ਇਸ ਤੋਂ ਬਚ ਸਕਦੇ ਹਾਂ, ਹਨਾ। ਪਰ ਜੇ ਗੁਨਾਹਗਾਰ ਹੈਗਾ ਤਾਂ ਉਹਨੂੰ ਉਹਦੀ ਬਣਦੀ ਸਜ਼ਾ ਜਿਹੜੀ ਮਿਲਣੀ ਹੈਗੀ ਆ। ਪਰ ਦੇਖੋ ਕਿ ਮੈਨੂੰ ਲੱਗਦਾ ਕਿ ਥੋੜਾ ਜਿਹਾ ਸਾਡੇ ਕਾਨੂੰਨ ਔਰਤਾਂ ਲਈ ਹੈਗੇ ਆ, ਇੰਪਲੀਮੈਂਟ ਵੀ ਚਲੋ ਉਹਨਾਂ ਤੇ ਹੁੰਦਾ, ਪਰ ਇਹ ਆ ਕਿ ਥੋੜਾ ਇਨਸਾਫ ਮਿਲਣ ਚ ਦੇਰੀ ਹੁੰਦੀ ਆ। ਕਾਨੂੰਨ ਥੋੜਾ ਸਾਡਾ ਇਦਾਂ ਦਾ ਹੋਣਾ ਚਾਹੀਦਾ। ਹੁਣ ਜੇ ਅਰਬ ਕੰਟਰੀਆਂ ਦੀ ਆਪਾਂ ਗੱਲ ਕਰ ਲਈਏ, ਅਗਰ ਉੱਥੇ ਕੋਈ ਇਦਾਂ ਦੀ ਹਰਕਤ ਕਰਦਾ, ਕਿਸੇ ਨੂੰ ਛੇੜਦਾ, ਕੋਈ ਇਦਾਂ ਦਾ ਸ਼ੋਸ਼ਣ ਕਿਸੇ ਦਾ ਕਰਦਾ, ਤਾਂ ਉਹਨਾਂ ਨੂੰ ਉਸੇ ਟਾਈਮ ਹੀ ਚੁਰਾਹੇ ਤੇ ਜਾਂ ਤਾਂ ਫਾਂਸੀ ਦਿੱਤੀ ਜਾਂਦੀ ਹੈ ਤੇ ਜਾਂ ਉਹਨਾਂ ਦਾ ਗਲਾ ਕੱਟਿਆ ਜਾਂਦਾ ਹੈ। ਤੇ ਮੈਨੂੰ ਲੱਗਦਾ ਸਾਡੇ ਦੇਸ਼ 'ਚ ਵੀ ਜੇ ਅਸੀਂ ਚਾਹੁੰਦੇ ਆ ਕਿ ਜਿਹੜਾ ਜੁਰਮ ਹੈ ਘੱਟ ਹੋਵੇ, ਔਰਤਾਂ ਨੂੰ ਬਣਦਾ ਮਾਣ ਸਤਿਕਾਰ ਮਿਲੇ, ਤਾਂ ਸਾਨੂੰ ਮੈਨੂੰ ਲੱਗਦਾ ਇਦਾਂ ਦੇ ਕੁਝ ਕਾਨੂੰਨ ਆ ਜਿਹੜੇ ਮੈਨੂੰ ਲੱਗਦਾ ਅਪਣਾਉਣੇ ਪੈਣਗੇ ਕਿ ਅਪਰਾਧੀਆਂ ਨੂੰ ਵੀ ਜੁਰਮ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਪਵੇ ਕਿ ਅਗਰ ਅਸੀਂ ਇਹ ਜੁਰਮ ਕਰਦੇ ਹਾਂ ਤਾਂ ਇਹਦੀ ਸਜ਼ਾ ਸਾਨੂੰ ਇਸੇ ਟਾਈਮ ਔਰ ਇੰਨੀ ਭਿਆਨਕ ਸਜ਼ਾ ਇਹਦੀ ਮਿਲੂਗੀ। ਬਿਲਕੁਲ, ਕਿਉਂਕਿ ਇਹ ਜਿਹੜਾ ਕਰਮ ਹੈ ਉਹ ਹੈ ਹੀ ਮੇਰੇ ਖਿਆਲ ਨਾਲ ਇੰਨਾ ਕੁ ਭਿਆਨਕ, ਜਿਹੜਾ ਜਿਹਨੂੰ ਕਰਨ ਲੱਗੇ ਮੇਰੇ ਖਿਆਲ ਨਾਲ ਨਾ ਵੀ ਪਤਾ ਲੱਗੇ, ਪਰ ਜੇ ਅਸੀਂ ਸੋਚ ਕੇ ਦੇਖੀਏ ਤਾਂ ਇੱਕ ਔਰਤ ਦੀ ਆਬਰੂ ਨਾਲ ਜਦੋਂ ਖੇਡਿਆ ਜਾਂਦਾ ਹੈ ਹਨਾ, ਉਦੋਂ ਉਸ ਨੂੰ ਕਿਦਾਂ ਦਾ ਮਹਿਸੂਸ ਹੁੰਦਾ ਹੈ, ਉਹੀ ਚੀਜ਼ ਮਹਿਸੂਸ ਮੇਰੇ ਖਿਆਲ ਨਾਲ ਉਸ ਬੰਦੇ ਨੂੰ ਵੀ ਕਰਾਉਣੀ ਚਾਹੀਦੀ ਜਿਹੜਾ ਇਹੋ ਜੀ ਕਰਤੂਤ ਕਰਦਾ। ਪਰ ਕਿਤੇ ਨਾ ਕਿਤੇ ਹੁਣ ਜਿਹੜਾ ਇਹ ਇੰਨਾ ਡਿਲੇ ਹੋ ਰਿਹਾ ਇਨਸਾਫ ਮਿਲਣ 'ਚ, ਸੋ ਉਹ ਮੇਰੇ ਖਿਆਲ ਨਾਲ ਸਾਡਾ ਜਿਹੜਾ ਨਿਆਂ ਹੈਗਾ ਉਹਨੂੰ ਵੀ ਮੇਰੇ ਖਿਆਲ ਨਾਲ ਸਵਾਲਾਂ ਦੇ ਘੇਰੇ 'ਚ ਖੜਾ ਕਰਨਾ ਜ਼ਰੂਰੀ ਵੀ ਹੈਗਾ ਵੀ ਕਿਉਂ ਇੰਨਾ ਸਮਾਂ ਲੱਗ ਰਿਹਾ। ਇਹਦਾ ਜਵਾਬ ਤਾਂ ਹੁਣ ਮੇਰੇ ਖਿਆਲ ਨਾਲ ਆਉਣ ਵਾਲਾ ਵਕਤ ਹੀ ਦੱਸੂਗਾ ਵੀ ਆ ਜਿਹੜੀ ਹੁਣ ਤਰੀਕ ਕਦੋਂ ਫਿਕਸ ਕੀਤੀ ਜਾਊਗੀ, ਉਹਦੇ ਤੇ ਵੀ ਹੁਣ ਸਜ਼ਾ ਹੋਊਗੀ ਕਿ ਨਹੀਂ ਹੋਊਗੀ, ਉਹ ਤਾਂ ਆਉਣ ਵਾਲਾ ਵਕਤ ਹੀ ਦੱਸੂਗਾ। ਪਰ ਫਿਲਹਾਲ ਗੱਲ ਤਾਂ ਇਹੀ ਰਹਿੰਦੀ ਹੈ ਵੀ ਸਾਡਾ ਹੱਕ ਮਿਲੂਗਾ ਕਦੋਂ ਸਾਨੂੰ, ਇਹ ਸਾਨੂੰ ਹਲੇ ਅੱਜ ਤੱਕ ਵੀ ਨਹੀਂ ਪਤਾ। ਬਿਲਕੁਲ ਜੀ। ਔਰ ਮੈਨੂੰ ਲੱਗਦਾ ਅਨੂ ਜਿਹੜਾ 8 ਮਾਰਚ ਨੂੰ ਅਸੀਂ ਬਣਾ ਰਹੇ ਹਾਂ, ਵੂਮੈਨਸ ਡੇ ਮਨਾ ਰਹੇ ਹਾਂ ਹਨਾ, ਤੇ ਮੈਨੂੰ ਲੱਗਦਾ ਕਿ ਵੂਮੈਨਸ ਲਈ ਅਸੀਂ ਗੱਲ ਜ਼ਰੂਰ ਕਰਨੀ ਚਾਹਾਂਗੇ ਕਿ ਹਰ ਦਿਨ ਇਦਾਂ ਦਾ ਹੋਣਾ ਚਾਹੀਦਾ ਹੈਗਾ ਕਿ ਜਦੋਂ ਉਹਨਾਂ ਨੂੰ ਲੱਗੇ ਕਿ ਅੱਜ ਮੇਰੇ ਸਨਮਾਨ ਦਾ ਦਿਨ ਹੈ, ਸਿਰਫ ਇੱਕ ਦਿਨ ਨਹੀਂ, ਉਹਨੂੰ ਹਰ ਦਿਨ ਮੈਨੂੰ ਲੱਗਦਾ ਸਾਨੂੰ ਅਜਿਹੀ ਖੁਸ਼ੀ ਦਾ ਅਹਿਸਾਸ ਕਰਾਉਣਾ ਚਾਹੀਦਾ ਕਿ ਤੇਰੇ ਸਨਮਾਨ ਦਾ ਦਿਨ, ਹਰ ਦਿਨ ਤੇਰੇ ਸਨਮਾਨ ਦਾ ਹੈ। ਜਿਵੇਂ ਕਿ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਉਹਨਾਂ ਦਾ ਰੁਤਬਾ ਮਿਲਣਾ ਚਾਹੀਦਾ, ਜੇ ਸਾਡੇ ਮੰਮੀ ਪਾਪਾ ਉਹਨਾਂ ਨੂੰ ਉਹਨਾਂ ਦਾ ਰੁਤਬਾ, ਭੈਣ ਨੂੰ ਉਹਦਾ ਰੁਤਬਾ। ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜਿਹੜੀ ਵਿਚਾਰਾਂ ਦੀ ਆਜ਼ਾਦੀ ਹੈ ਨਾ ਉਹ ਔਰਤ ਨੂੰ ਹੋਣੀ ਬਹੁਤ ਜ਼ਰੂਰੀ ਆ। ਅਗਰ ਵਿਚਾਰਾਂ ਦੀ ਆਜ਼ਾਦੀ ਔਰਤ ਨੂੰ ਹੈਗੀ ਤਾਂ ਮੈਨੂੰ ਲੱਗਦਾ ਉਹਦੇ ਲਈ ਸਭ ਤੋਂ ਵੱਡਾ ਸਨਮਾਨ ਆ ਉਹਦਾ। ਬਿਲਕੁਲ। ਹੁਣ ਜੇ ਆਮ ਘਰਾਂ ਦੀ ਅਸੀਂ ਗੱਲ ਕਰੀਏ ਤਾਂ ਆਮ ਘਰਾਂ 'ਚ ਵਿਮਨਸ ਡੇ ਤੇ ਕੀ ਹੁੰਦਾ ਜੇ ਅਸੀਂ ਆਪ ਦੇਖੀਏ, ਜਿਹੜੀ ਸਾਡੀ ਮਦਰ ਹੁੰਦੇ ਨੇ ਹਨਾ, ਬੱਚੇ ਉਹਨਾਂ ਨੂੰ ਕੋਈ ਤੋਹਫਾ ਦੇ ਦਿੰਦੇ ਨੇ, ਜੇ ਉਹਨਾਂ ਦਾ ਜਿਹੜਾ ਪਤੀ ਹੈ ਉਹ ਉਹਨਾਂ ਨੂੰ ਕਿਤੇ ਘੁਮਾਉਣ ਲੈ ਜਾਂਦਾ ਹੈ, ਉਹਨਾਂ ਵਾਸਤੇ ਸਪੈਸ਼ਲ ਮਤਲਬ ਚਲੋ ਅੱਜ ਘਰ ਦੇ ਕੰਮ ਅਸੀਂ ਕਰਾਂਗੇ ਹਨਾ, ਏਦਾਂ ਦੀ ਤਿਆਰੀ ਕੀਤੀ ਜਾਂਦੀ ਵੀ ਅੱਜ ਵਿਮਨਸ ਡੇ ਹੈ ਤਾਂ ਔਰਤ ਨੂੰ ਹਨਾ ਸਨਮਾਨ, ਬਣਦਾ ਸਨਮਾਨ ਮਿਲਣਾ ਚਾਹੀਦਾ। ਜੇ ਭੈਣ ਹੈ ਸਾਡੀ ਹਨਾ, ਉਹਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ। ਅੱਜ ਦੇ ਦਿਨ ਸਾਰਾ ਕੁਝ ਹੋਊਗਾ, ਉਹਨਾਂ ਨੂੰ ਤੋਹਫੇ ਵੀ ਮਿਲਣਗੇ, ਬਿਲਕੁਲ ਬਾਕੀ ਦਿਨ ਉਵੇਂ ਲੰਘਦੇ ਨੇ। ਤਾਂ ਅਸੀਂ ਉਮੀਦ ਕਰਦੇ ਹਾਂ ਵੀ ਜੇ ਅੱਜ ਇਹ ਜਿਹੜਾ 8 ਮਾਰਚ ਦਾ ਵਿਮਨਸ ਡੇ ਹੋਊਗਾ, ਉਸ ਦਿਨ ਸਿਰਫ ਇੱਕ ਦਿਨ ਔਰਤ ਨੂੰ ਸਨਮਾਨ ਨਹੀਂ ਮਿਲੂਗਾ ਬਲਕਿ ਉਸ ਤੋਂ ਅੱਗੇ ਵੀ ਸਨਮਾਨ ਮਿਲੂਗਾ। ਸੋ ਅੱਜ ਦੇ ਐਪੀਸੋਡ ਦੇ ਲਈ ਬਸ ਇੰਨਾ ਹੀ। ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ, ਤਦ ਤੱਕ ਲਈ ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।